ਬਲਰਾਜ ਕੁਹਾੜਾ ਦੀ ਪੁਸਤਕ ਬੁੱਕਲ ਦਾ ਨਿੱਘ ਦੀ ਕਹਾਣੀ ਹੈ। ਕਿੱਥੇ ਗਈ ਲਿਆਕਤ। ਕੋਈ ਸਮਾਂ ਸੀ ਜਦੋਂ ਅਧਿਆਪਕ ਨੂੰ ਗੁਰੂ ਮੰਨਿਆ ਜਾਂਦਾ ਸੀ। ਉਹਦੀ ਪੂਜਾ ਕੀਤੀ ਜਾਂਦੀ ਸੀ। ਹਰ ਕੋਈ ਵੱਡਾ ਹੋ ਕੇ ਉੱਚੇ ਅਹੁਦੇ ਤੇ ਪਹੁੰਚਣ ਵਿੱਚ ਵਧੇਰੇ ਯੋਗਦਾਨ ਅਧਿਆਪਕ ਜਾਂ ਗੁਰੂ ਦਾ ਮੰਨਦਾ ਸੀ। ਇਸ ਕਰਕੇ ਪੜ੍ਹਨ ਤੋਂ ਬਾਅਦ ਵੀ ਅਧਿਆਪਕ ਲਈ ਹਮੇਸ਼ਾ ਪਿਆਰ ਸਤਿਕਾਰ ਬਣਿਆ ਰਹਿੰਦਾ। ਰਿਟਾਇਰ ਹੋਇਆ ਅਧਿਆਪਕ ਵੀ ਜੇ ਕਿਤੇ ਗਾਹੇ ਬਗਾਹੇ ਮਿਲ ਜਾਏ ਤਾਂ ਉਸਤਾਦ ਜਾਂ ਗੁਰੂ ਸਮਝ ਕੇ ਉਹਦੇ ਪੈਰ ਛੂਹ ਹਮੇਸ਼ਾ ਉਹ ਤੋਂ ਆਸ਼ੀਰਵਾਦ ਲੈਣ ਦੀ ਕੋਸ਼ਿਸ਼ 'ਚ ਰਹਿੰਦੇ ਤੇ ਅਧਿਆਪਕ ਵੱਲੋਂ ਕਹੀ ਗੱਲ ਨੂੰ ਸਾਹ ਰੋਕ ਸੁਣਨਾ ਆਪਣਾ ਫਰਜ਼ ਸਮਝਦੇ। ਪਰ ਅੱਜ ਸਮੇਂ ਨੇ ਕਿਹੋ ਜਿਹੀ ਕਰਵਟ ਲਈ। ਸਮੇਂ ਦੇ ਨਾਲ ਦੇਸ਼ ਪਿਆਰ, ਦੇਸ਼ ਭਗਤੀ, ਵੱਡਿਆਂ ਦਾ ਸਤਿਕਾਰ, ਅਧਿਆਪਕ ਪ੍ਰਤੀ ਪ੍ਰੇਮ ਪਿਆਰ ਦੀ ਭਾਵਨਾ ਛੂਹ ਮੰਤਰ ਹੋ ਚੁੱਕੀ ਸੀ। ਸਭ ਕੁਝ ਬਹੁਤ ਤੇਜ਼ੀ ਨਾਲ ਬਦਲ ਚੁੱਕਾ ਸੀ। ਅੱਜ ਸਕੂਲ ਦੀ ਗਰਾਊਂਡ ਦੇ ਇੱਕ ਕੋਨੇ 'ਚ ਗੋਲ ਧਾਰਾ ਬਣਾਈ ਧੁੱਪ 'ਚ ਬੈਠੀ ਜਮਾਤ ਨੂੰ ਪੀਟੀ ਮੈਡਮ ਅਨੁਸ਼ਾਸਨ 'ਚ ਰਹਿ ਕੇ ਇੱਕ ਚੰਗਾ ਨਾਗਰਿਕ ਬਣਨ ਦਾ ਪਾਠ ਪੜ੍ਹਾ ਰਹੀ ਸੀ ਕਿ ਉਹਦੀ ਨਿਗਾਹ ਇੱਕ ਛੋਟੀ ਜਮਾਤ ਦੇ ਬੱਚੇ ਵੱਲ ਪਈ, ਜੋ ਇੱਕ ਸ਼ਰਾਰਤ ਕਰ ਆਪਣੀ ਜਮਾਤ ਵਿੱਚੋਂ ਦੌੜ ਸਕੂਲ ਦੇ ਗੇਟ ਵੱਲ ਜਾ ਰਿਹਾ ਸੀ। ਮੈਡਮ ਨੇ ਹੱਥ 'ਚ ਫੜੀ ਸੀਟੀ ਵਜਾ ਕੇ ਬੱਚੇ ਨੂੰ ਰੋਕਣਾ ਚਾਹਿਆ, ਪਰ ਜਦੋਂ ਭੱਜਿਆ ਜਾਂਦਾ ਬੱਚਾ ਨਿਡਰ ਤੇ ਨਿਰਭੈ ਹੋ ਕੇ ਪਿੱਛੇ ਵੱਲ ਮੂੰਹ ਕਰਕੇ ਬੋਲਿਆ ਤਾਂ ਸ਼ਰਮਸਾਰ ਹੋਈ ਮੈਡਮ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਉਹ ਬੱਚਾ ਕਿਸੇ ਗਾਣੇ ਦੀ ਤਰਜ਼ 'ਚ ਕਹਿ ਰਿਹਾ ਸੀ, ਸੀਟੀ ਮਾਰ ਕੇ ਬੁਲਾਉਣੋਂ ਹਟ ਜਾ। ਭਾਵੇਂ ਵੱਡੀ ਜਮਾਤ ਦੇ ਦੋ ਬੱਚੇ ਹੁਣ ਉਹਨੂੰ ਘੜੀਸ ਕੇ ਮੈਡਮ ਦੀ ਕੁਰਸੀ ਵੱਲ ਲਿਆ ਰਹੇ ਸਨ, ਪਰ ਮੈਡਮ ਸੋਚ ਰਹੀ ਸੀ, ਇਸ ਦੇਸ਼ ਦੇ ਭਵਿੱਖ ਨੂੰ ਕਹੇ ਤਾਂ ਕੀ ਕਹੇ, ਸਜ਼ਾ ਦੇਵੇ ਤਾਂ ਕਿਹੜੀ ਦੇਵੇ। ਇਸ ਸਭ ਕੁਝ ਲਈ ਜ਼ਿੰਮੇਵਾਰ ਕੌਣ ਹੈ? ਸਾਡਾ ਲੱਚਰ ਸੱਭਿਆਚਾਰ, ਸਮਾਜ ਜਾਂ ਫਿਰ ਮਾਪੇ? ਧੰਨਵਾਦ। ਅਗਲੀ ਕਹਾਣੀ ਸਾਂਝੇ ਰਿਸ਼ਤੇਦਾਰ। ਇੱਕ ਬਾਊ ਦਫ਼ਤਰ 'ਚ ਕਿਸੇ ਨੂੰ ਮਿਲਣ ਲਈ ਗਿਆ ਤੇ ਉਹਨੇ ਦਫ਼ਤਰ ਅੰਦਰ ਜਾਂਦੇ ਹੀ ਖਾਲੀ ਸੀਟ ਵੱਲ ਇਸ਼ਾਰਾ ਕਰਦੇ ਹੋਏ ਨਾਲ ਵਾਲੀ ਸੀਟ ਤੇ ਕੁਝ ਬੈਠੀਆਂ ਮੈਡਮਾਂ ਵਿੱਚੋਂ ਇੱਕ ਮੈਡਮ ਤੋਂ ਪੁੱਛਿਆ, ਐਕਸਕਿਊਜ਼ ਮੀ, ਕੀ ਤੁਸੀਂ ਦੱਸ ਸਕਦੇ ਹੋ ਕਿ ਸਰਦਾਰ ਜੀ ਕਿੱਥੇ ਗਏ ਹਨ? ਜੀ ਨਹੀਂ, ਮੈਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ। ਮੈਡਮ ਨੇ ਆਪਣਾ ਮੂੰਹ ਕੁਰਸੀ ਤੋਂ ਪਰਾਂ ਮੋੜ ਕੇ ਵਾਲ ਸੰਵਾਰਦੇ ਹੋਏ ਕਿਹਾ। ਬਾਊ ਦੇ ਹੱਥ 'ਚ ਇੱਕ ਡੱਬਾ ਤੇ ਦਰਜਨ ਕੇਲਿਆਂ ਦੀ ਦੇਖ ਕੇ ਮੈਡਮ ਨੇ ਮੁੜ ਕਿਹਾ, ਕੀ ਇਹ ਸਰਦਾਰ ਜੀ ਵਾਸਤੇ? ਜੀ ਹਾਂ, ਬਾਊ ਨੇ ਕਿਹਾ। ਬੈਠੋ ਬੈਠੋ, ਤੁਸੀਂ ਸ਼ਾਇਦ ਉਹਨਾਂ ਦੇ ਰਿਸ਼ਤੇਦਾਰ ਲੱਗਦੇ ਹੋ। ਉਹਨਾਂ ਦੇ ਰਿਸ਼ਤੇਦਾਰ ਸਾਡੇ ਸਾਂਝੇ ਰਿਸ਼ਤੇਦਾਰ ਹੋਏ। ਸਰਦਾਰ ਜੀ ਕਿਸੇ ਕੰਮ ਘਰ ਗਏ ਹੈ, ਬਸ 12 ਵਜੇ ਆ ਜਾਣਗੇ। ਲਿਆਓ, ਇੱਧਰ ਰੱਖ ਦਿਓ। ਮੈਡਮ ਨੇ ਬਾਊ ਦੇ ਹੱਥ 'ਚੋਂ ਕੇਲਿਆਂ ਵਾਲਾ ਲਿਫਾਫਾ ਤੇ ਬਰਫੀ ਵਾਲਾ ਡੱਬਾ ਲੈਂਦੇ ਹੋਏ ਕਿਹਾ। ਕ੍ਰਿਸ਼ਨ, ਇੱਕ ਠੰਡਾ ਗਲਾਸ ਪਾਣੀ ਲਿਆ। ਦੇਖ, ਸਰਦਾਰ ਜੀ ਦੇ ਰਿਸ਼ਤੇਦਾਰ ਆਏ ਨੇ, ਮੈਡਮ ਨੇ ਸੇਵਾਦਾਰ ਨੂੰ ਆਵਾਜ਼ ਦੇ ਕੇ ਬਰਫੀ ਦੇ ਡੱਬੇ 'ਚੋਂ ਪੀਸ ਖਾਂਦੇ ਹੋਏ ਕਿਹਾ। 12:30 ਵਜੇ ਤੱਕ ਸਰਦਾਰ ਜੀ ਤਾਂ ਨਹੀਂ ਆਏ, ਪਰ ਬਰਫੀ ਦਾ ਡੱਬਾ ਜ਼ਰੂਰ ਖਾਲੀ ਹੋ ਗਿਆ। ਇਸ ਤਰ੍ਹਾਂ ਬਾਊ ਜੀ ਦਫ਼ਤਰੀ ਮੈਡਮਾਂ ਦੇ ਮੂੰਹ ਵੱਲ ਤੱਕਦੇ ਹੋਏ ਸੋਚ ਰਹੇ ਸੀ, ਇਹ ਕਿਸ ਤਰ੍ਹਾਂ ਦੇ ਸਾਂਝੇ ਰਿਸ਼ਤੇਦਾਰ ਨੇ। ਧੰਨਵਾਦ। ਅਗਲੀ ਕਹਾਣੀ ਹੈ ਸਮਝ। ਕਦੇ ਕਿਸੇ ਵੀ ਸਰਕਾਰੀ ਅਹੁਦੇ ਤੇ ਰਹਿ ਬੜੀ ਹਕੂਮਤ ਕੀਤੀ ਸੀ। ਕਿਸੇ ਕੰਮ ਕਰਨ ਵਾਲੇ ਦੀ ਮੁਸ਼ਕਲ ਨੂੰ ਨੇੜੇ ਹੋ ਕੇ ਸਮਝਣ ਦੀ ਕਦੇ ਕੋਸ਼ਿਸ਼ ਨਹੀਂ ਸੀ ਕੀਤੀ, ਸਗੋਂ ਇੱਕੋ ਇੱਕ ਦਬਕਾ ਮਾਰ ਛੱਡਦਾ, ਜੇ ਨੌਕਰੀ ਬਚਾਉਣੀ ਹੈ ਤਾਂ ਕੰਮ ਪੂਰਾ ਹੋਣਾ ਚਾਹੀਦਾ, ਨਹੀਂ ਤਾਂ ਟੰਗ ਦਿਓ। ਪੈਨਲ ਵਿਚਲੀ ਚੂੜੀ ਠੀਕ ਨਾ ਹੋਣ ਕਾਰਨ ਬੋਲਟ ਕਿਸੇ ਤਰ੍ਹਾਂ ਚੜ੍ਹ ਨਹੀਂ ਸੀ ਰਿਹਾ। ਅੱਜ ਮੁਸ਼ਕਿਲ ਕਿਸੇ ਦੇ ਨਹੀਂ, ਉਹਦੇ ਆਪਣੇ ਅੱਗੇ ਖੜੀ ਸੀ, ਕਿਉਂਕਿ ਹੁਣ ਉਹ ਰਿਟਾਇਰ ਹੋਣ ਪਿੱਛੋਂ ਕਿਸੇ ਠੇਕੇਦਾਰ ਕੋਲ ਕੰਮ ਕਰ ਰਿਹਾ ਸੀ। ਠੇਕੇਦਾਰ ਵੱਲੋਂ ਕੰਮ ਪੂਰਾ ਹੋਣ ਤੇ ਹੀ ਪੇਮੈਂਟ ਮਿਲਣੀ ਸੀ। ਉਹ ਚੂੜੀ ਨੂੰ ਸਾਫ਼ ਕਰਨ ਲਈ ਲੋਹੇ ਦੀ ਤਾਰ ਨਾਲ ਵਿੱਚੋਂ ਖੁਰਚਦਾ, ਫਿਰ ਜ਼ੋਰ-ਜ਼ੋਰ ਨਾਲ ਫੂਕਾਂ ਮਾਰ ਕੇ ਪਸੀਨੋ ਪਸੀਨੀ ਹੋਇਆ ਪਿਆ ਸੀ। ਮੈਂ ਉਹਦੀ ਅੰਦਰੋਂ ਬਾਹਰੋਂ ਕੋਈ ਮਦਦ ਨਹੀਂ ਕੀਤੀ, ਬਸ ਕੱਛਾਂ 'ਚ ਹੱਥ ਦੇ ਉਹਦੇ ਸਿਰਹਾਣੇ ਖੜਾ ਸਰਕਾਰੀ ਤੌਰ ਤੇ ਨਿਗਰਾਨੀ ਕਰ ਰਿਹਾ ਸੀ। ਉਹਨੇ ਕੰਮ ਵੱਲੋਂ ਧਿਆਨ ਹਟਾ ਕੇ ਤਿਰਛੀ ਨਜ਼ਰ ਨਾਲ ਮੇਰੇ ਵੱਲ ਤੱਕਿਆ। ਉਹਦੀਆਂ ਅੱਖਾਂ ਸ਼ਰਮਿੰਦਗੀ ਤੇ ਨਮੋਸ਼ੀ ਨਾਲ ਜ਼ਮੀਨ ਵੱਲ ਝੁਕ ਗਈਆਂ, ਜਿਵੇਂ ਕਹਿ ਰਹੀਆਂ ਹੋਣ ਕਿ ਮੈਨੂੰ ਹੁਣ ਨੇਕੀ, ਨਿਮਰਤਾ ਤੇ ਹਕੂਮਤ ਵਿਚਲਾ ਫਰਕ ਸਮਝ ਆ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਘੁਮੰਡ। ਸ਼ੇਰ ਜੰਗ ਪਿੰਡ 'ਚ ਸਭ ਤੋਂ ਅੜਬ ਜ਼ਿਮੀਂਦਾਰ ਗਿਣਿਆ ਜਾਂਦਾ ਸੀ। ਹਰ ਕੋਈ ਉਹਨੂੰ ਸਲਾਹ ਦੇਣ ਤੋਂ ਵੀ ਡਰਦਾ ਰਹਿੰਦਾ। ਇੱਕ ਸਵੇਰ ਉਹ ਆਪਣੇ ਖੇਤ 'ਚ ਕਣਕ ਬੀਜ ਰਿਹਾ ਸੀ, ਜਦੋਂ ਮਿੱਟੀ 'ਚੋਂ ਨੰਗਾ ਹੋਇਆ ਬੀਜ ਚੁਗਣ ਲਈ ਕੋਈ ਜਾਨਵਰ ਆਉਂਦਾ ਤਾਂ ਖਿੱਚ ਕੇ ਗੁਲੇਲ ਮਾਰ ਲਲਕਾਰਾ ਛੱਡਦਾ। ਖੇਤ ਦੇ ਨਾਲ ਜਾਂਦੇ ਰਸਤੇ ਤੇ ਇੱਕ ਸਾਧੂ ਇਹ ਸਭ ਕੁਝ ਦੇਖ ਕੇ ਰੁਕ ਗਿਆ। ਕਹਿਣ ਲੱਗਾ, ਕਿਉਂ ਖਫਾ ਹੋਈ ਜਾਂਦਾ?
ਆਜਾ ਭਗਤਾ, ਜਰਾ ਆਰਾਮ ਕਰ ਲੈ। ਜੋ ਇਹਨਾਂ ਦੇ ਕਰਮਾਂ 'ਚ ਹੈ, ਇਹਨਾਂ ਨੂੰ ਖਾ ਪੀ ਲੈਣ, ਇਹਨਾਂ ਹੀ ਖਾ ਲੈਣਾ। ਉਹਦੀ ਗੱਲ ਸੁਣੋ ਲੋਹਾ ਲਾਖਾ ਹੋ ਕੇ ਬੋਲਿਆ, ਚੁੱਪ ਕਰ ਓਏ ਬੁੱਬਣਿਆ, ਮੈਂ ਤਾਂ ਉਡਾ ਦੂੰ ਤੁੰਬੇ ਜਿਹੜਾ ਮੇਰੀ ਕਣਕ ਨੂੰ ਮੂੰਹ ਪਾਊ। ਆਖਰ ਇੱਕ ਦਿਨ ਪਿੰਡ 'ਚ ਘੁੰਮਦਾ ਉਹੀ ਸਾਧੂ ਨੂੰ ਫੇਰ ਮਿਲ ਗਿਆ। ਜ਼ਿਮੀਂਦਾਰ ਆਖਣ ਲੱਗਾ, ਗੱਲ ਸੁਣ ਓਏ, ਆਪਣੇ ਆਪ ਰੱਬ ਬਣਿਆ ਫਿਰਦਾ ਹੈ। ਖਾਧੀ ਨੇ ਹੁਣ ਮੇਰੀ ਕਣਕ ਕਾਵਾਂ ਕੁੱਤਿਆਂ ਨੇ। ਆਹ ਦੇਖ, ਢੋਲ 'ਚ ਬੰਦ ਕਰ, ਜੰਦਰਾ ਮਾਰ, ਚਾਬੀ ਜੇਬ 'ਚ ਪਾਈ ਫਿਰਦਾ। ਕੋਈ ਗੱਲ ਨਹੀਂ ਭਗਤਾ, ਅਜੇ ਸਮਾਂ ਨਹੀਂ ਆਇਆ, ਸਾਧੂ ਨੇ ਉੱਤਰ ਦਿੱਤਾ। ਇੱਕ ਦਿਨ ਸ਼ੇਰ ਜੰਗ ਦੇ ਮਨ 'ਚ ਫੁਰਨਾ ਆਇਆ, ਕਿਉਂ ਨਾ ਇੱਕ ਵਧੀਆ ਕਿਸਮ ਦੀ ਘੋੜੀ ਖਰੀਦੀ ਜਾਵੇ। ਉਸ ਕਣਕ ਵੇਚ ਘੋੜੀ ਲਿਆਂਦੀ। ਸ਼ਾਮ ਸਮੇਂ ਜਦੋਂ ਘੋੜੀ ਲੈ ਸੜਕ ਪਾਰ ਕਰਨ ਲੱਗਿਆ, ਘੋੜੀ ਦਾ ਪੈਰ ਪੱਕੀ ਸੜਕ ਤੇ ਫਿਸਲ ਗਿਆ। ਉਹ ਧੜਮ ਕਰ ਡਿੱਗਿਆ, ਸਾਰੇ ਮਰ ਗਏ। ਹੁਣ ਉਹ ਅਫਸੋਸ 'ਚ ਮੱਥੇ ਤੇ ਹੱਥ ਰੱਖੀ ਬੈਠਾ ਰੋ ਰਿਹਾ ਸੀ। ਅਗਲੇ ਪਾਸੇ ਆਉਂਦੇ ਉਹੀ ਸਾਧ ਨੇ ਉਸ ਕੋਲ ਆ ਕੇ ਪੁੱਛਿਆ, ਭਗਤਾ ਰੋ ਰਿਹਾ, ਕੀ ਗੱਲ ਹੋ ਗਈ? ਤਾਂ ਜ਼ਿਮੀਂਦਾਰ ਨੇ ਕਿਹਾ, ਬਾਬਾ ਜੀ ਮੇਰੀ ਘੋੜੀ ਮਰ ਗਈ। ਸਾਧੂ ਨੇ ਪੁੱਛਿਆ, ਤੇਰੀ ਜਾਨਵਰਾਂ ਨੂੰ ਉਡਾਉਣ ਵਾਲੀ ਗੁਲੇਲ ਕਿੱਥੇ ਆ? ਉਹ ਦੇਖ, ਤੇਰੀ ਕਣਕ ਨੂੰ ਕਾਂ ਕੁੱਤੇ ਖਾ ਰਹੇ ਆ। ਸਾਧ ਨੇ ਮਰੀ ਘੋੜੀ ਵੱਲ ਇਸ਼ਾਰਾ ਕਰਦਿਆਂ ਕਿਹਾ। ਸ਼ੇਰ ਜੰਗ ਨੂੰ ਆਪਣੇ ਘਮੰਡ ਤੇ ਬੜਾ ਅਫਸੋਸ ਹੋਇਆ। ਉਹ ਸਾਧ ਦੇ ਪੈਰੀਂ ਪੈ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਕਾਨੂੰਨ। ਢਲਦੀਆਂ ਤਰਕਾਲਾਂ ਵੇਖ ਫਿਕਰਮੰਦ ਹੋਇਆ ਰੇਲਵੇ ਪੁਲਿਸ ਇੰਸਪੈਕਟਰ ਸਾਹਮਣੇ ਆਉਂਦੇ ਸੁਰਜੀਤ ਤੇ ਵਰ ਪਿਆ। ਸ਼ਾਮਾਂ ਨੂੰ ਕਿਸੇ ਭਣੇਵੇਂ ਨਿਉਂਦਾ ਨਹੀਂ ਭੇਜਣਾ, ਕੁਝ ਕਰੋ, ਮਰੋ, ਸਵੇਰ ਦੇ ਹੱਥ ਲਟਕਾਈ ਫਿਰਦੇ ਹੋ। ਸੁਰਜੀਤ ਵਰਦੀ ਉੱਪਰਲੀ ਪੇਟੀ ਨੂੰ ਉੱਪਰ ਚੁੱਕ ਬੋਲਿਆ, ਜਨਾਬ ਕਰਦੇ ਹਾਂ ਕੋਈ ਜੁਗਾੜ, ਅੱਜ ਪੇਸ਼ ਹੀ ਨਹੀਂ ਜਾਂਦੀ, ਪਤਾ ਨਹੀਂ ਕਿਹੋ ਜਿਹਾ ਦਿਨ ਚੜਿਆ। ਅੱਧੇ ਕੁ ਘੰਟੇ ਮਗਰੋਂ ਉਹਨੇ 5-6 ਅਣਭੋਲ ਜਿਹੇ ਪੇਂਡੂ ਚੌਂਕੀ 'ਚ ਲਿਆ ਵਾੜੇ, ਜਿਹੜੇ ਦੇਖਣ ਤੋਂ ਕਿਸੇ ਯਾਤਰਾ ਤੋਂ ਆਏ ਲੱਗਦੇ ਸੀ। ਆਹ ਲਓ ਸੰਭੂ ਜਨਾਬ, ਦਿਓ ਅੰਦਰ ਇਹਨਾਂ ਨੂੰ। ਪਰ ਉਹ ਵਿਚਾਰੇ ਬਾਰ-ਬਾਰ ਟਿਕਟਾਂ ਵਿਖਾ ਵਾਸਤੇ ਪਾ ਰਹੇ ਸੀ। ਜੀ ਸਾਡਾ ਕਸੂਰ ਕੀ ਹੈ? ਟਿਕਟਾਂ ਉਹਨਾਂ ਦੇ ਹੱਥਾਂ 'ਚ ਸੀ। ਉਹ ਟਿਕਟਾਂ ਨੂੰ ਮਾਰ ਗੋਲੀ। ਜਨਾਬ ਲਾਈਨਾਂ ਟੱਪ ਰਹੇ ਸੀ। ਉਹ ਅੱਗੇ ਵੱਧ ਕੇ ਬੋਲਿਆ, ਕਿਉਂ ਏ, ਜੇ ਗੱਡੀ ਥੱਲੇ ਆ ਜਾਂਦੇ ਤਾਂ ਕੌਣ ਜ਼ਿੰਮੇਵਾਰ ਸੀ? ਦਿਓ ਇਹਨਾਂ ਨੂੰ ਹਵਾਲਾ 'ਚ। ਸਾਹਿਬ ਨੇ ਹੋਰ ਕੱਸ ਕੇ ਦਬਕਾ ਮਾਰਿਆ। ਬੇਟਿਕਟੇ ਹੁੰਦੇ ਤਾਂ ਜੁਰਮਾਨਾ ਦੇ ਕੇ ਛੁੱਟ ਜਾਂਦੇ। ਇਸ ਜੁਰਮ 'ਚ ਤਾਂ ਜ਼ਮਾਨਤ ਨਹੀਂ ਹੋਣੀ। ਆਵਾਜ਼ ਕੰਨਾਂ 'ਚ ਪੈਂਦੇ ਡਰੇ ਸਹਿਮੇ ਉਹ ਪੀਲੇ ਭੂਖ ਜਿਹੇ ਚਿਹਰੇ ਇੱਕ ਦੂਜੇ ਵੱਲ ਬਿੱਟ ਤੱਕ ਰਹੇ ਸੀ। ਉਹਨਾਂ ਜੇਬਾਂ ਫੋਲ ਕੁਝ ਰੁਪਏ ਸਿਪਾਹੀ ਵੱਲ ਵਧਾਏ ਤਾਂ ਝੱਟ ਆਪਣਾ ਰਵੱਈਆ ਬਦਲਦਿਆਂ ਸਾਹਿਬ ਨਾਲ ਅੱਖਾਂ ਮਿਲਾ ਸੁਰਜੀਤ ਨੇ ਉਹਨਾਂ ਨੂੰ ਪਿਛਲੇ ਦਰਵਾਜ਼ੇ ਬਾਹਰ ਕੱਢਤਾ। ਮੂੰਹ ਹਨੇਰਾ ਹੁੰਦਿਆਂ ਹੀ ਬੋਤਲ ਦਾ ਡੱਟ ਖੁੱਲ੍ਹ ਗਿਆ। 2 ਕੁਹਾੜੇ ਮਾਰਨ ਮਗਰੋਂ ਸੁਰਜੀਤ ਬੋਤਲ 'ਚ ਬਚਦੀ ਦਾਰੂ ਦੇ ਪੈਗ ਨਿਹਾਰਦਾ ਆਪਣੀਆਂ ਮੁੱਛਾਂ ਹੋਰ ਕੁੰਡੀਆਂ ਕਰੀ ਜਾ ਰਿਹਾ ਸੀ। ਹੁਣ ਸੁਰਜੀਤ ਨਸ਼ੇ 'ਚ ਦਲੇਰ ਡਿਊਟੀ ਤੋਂ ਕੁਤਾਹੀ ਕਰਕੇ ਅੱਜ ਆਪਣੀ ਸੱਜ ਵਿਆਹੀ ਕੋਲ ਪਹੁੰਚਣ ਦੀ ਕਾਹਲ ਕਾਰਨ ਲਾਈਨਾਂ ਵਿਚਕਾਰ ਮੂਧੇ ਮੂੰਹ ਡਿੱਗਿਆ ਪਿਆ ਸੀ। ਉਹਦੇ ਨੱਕ 'ਚੋਂ ਖੂਨ ਵਹਿ ਕੇ ਕੱਪੜੇ ਲਹੂ ਨਾਲ ਲੱਥ-ਪੱਥ ਸਨ। ਇਹ ਸਭ ਕੁਝ ਲਾਈਨਾਂ ਟੱਪਦਿਆਂ ਉਹਦੇ ਪਿੰਡ ਨੂੰ ਤੁਰੀ ਜਾਂਦੀ ਗੱਡੀ ਨੂੰ ਫੜਨ ਸਮੇਂ ਵਾਪਰਿਆ ਸੀ। ਅਗਲੀ ਕਹਾਣੀ ਹੈ ਖੂਨ ਦਾ ਰਿਸ਼ਤਾ। ਅੱਜ 7ਵੇਂ ਦਿਨ ਵੀ ਬਾਪੂ ਦਾ ਬੁਖਾਰ ਨਾ ਟੁੱਟਿਆ ਦੇਖ ਪੁੱਤ ਵੱਲੋਂ ਉਹਨੂੰ ਸ਼ਹਿਰ ਲਿਜਾਣ ਦਾ ਕੱਢਿਆ ਹੌਸਲਾ ਪਤਨੀ ਦੀ ਭਬਕੀ ਅੱਗੇ ਛੇਤੀ ਦਮ ਤੋੜ ਗਿਆ। ਪਤੀ ਨੂੰ ਮੁਖਾਤਿਬ ਹੋ ਕੇ ਉਹ ਬੋਲੀ, ਡਾਕਟਰਾਂ ਦੇ ਮੂੰਹ ਭਰਨੇ ਕਿਹੜਾ ਸੌਖੇ ਐ? ਐਵੇਂ ਹਸਪਤਾਲਾਂ 'ਚ ਕਿਉਂ ਮਿੱਟੀ ਰੋਲਣੀ ਹੈ? ਘਰ ਹੀ ਸੇਵਾ ਕਰੀ ਜਾਓ ਜਿਹੜੀ। ਜੋ ਹੋਣਾ ਉਹ ਤਾਂ ਦਿਸਦਾ ਹੀ ਹੈ, ਨਾਲੇ ਫੇਰ ਕਿਹੜਾ ਐਵੇਂ ਸਰਜੂ। ਕੁੜਮਾਚਾਰੀ ਇਕੱਠੀ ਹੋਣੀ ਹੈ, ਕੁੜੀਆਂ ਨੇ ਸਾਰੀ ਉਮਰ ਸ਼ਰੀਕਾਂ 'ਚ ਕੱਟਣੀ ਹੈ, ਕੁਝ ਤਾਂ ਕਰਨਾ ਹੀ ਪਊ। ਬੇਵੱਸ ਹੋਇਆ ਬਾਪੂ ਸਰਕਾਰੀ ਹਸਪਤਾਲ ਦੀਆਂ ਗੋਲੀਆਂ ਫੱਕਦਾ ਇੱਕ ਦਿਨ ਜਹਾਨੋਂ ਤੁਰ ਗਿਆ। ਬੇਇਲਾਜ ਮਰੇ ਸਹੁਰੇ ਲਈ ਚਰਨੋਂ ਨੇ ਬੜੇ ਸੱਚੇ ਝੂਠੇ ਕੀਰਨੇ ਪਾ ਦੁਹੱਥੜੀਆਂ ਮਾਰੀਆਂ। ਬਾਪੂ ਦੀ ਦੇਹ ਉੱਪਰ ਗਰਮ ਚਾਦਰ ਪਾ ਕੇ ਅਰਥੀ ਤੇ ਰੱਖਿਆ ਗਿਆ ਸੀ। ਉਸ ਉੱਪਰ ਝੰਡੀਆਂ ਗੁਬਾਰੇ ਟੰਗੇ ਗਏ। ਬਾਪੂ ਦੇ ਪੈਰਾਂ ਵੱਲ ਨੋਟਾਂ ਦਾ ਮੱਥਾ ਟੇਕਿਆ ਗਿਆ। ਮੂੰਹ 'ਚ 5 ਰਤਨਾਂ ਪਾ ਦੇਸੀ ਘਿਓ ਨਾਲ ਭਰਤਾ। ਜਿਨ੍ਹਾਂ ਲੋੜਾਂ ਥੋੜਾਂ ਤੇ ਸੁੱਖ ਸਾਧਨਾਂ ਲਈ ਉਹ ਸਾਰੀ ਉਮਰ ਜੂਝਦਾ ਭਟਕਦਾ ਤੜਪ ਦਮ ਤੋੜ ਗਿਆ ਸੀ, ਉਹ ਸਭ ਕੁਝ ਸਮਾਜ ਦੀ ਫੋਕੀ ਸ਼ਾਨੋ ਸ਼ੌਕਤ ਵਾਸਤੇ ਕਰਜ਼ਾ ਚੁੱਕ ਬੁੱਢੇ ਦੇ ਮਿੱਟੀ ਹੋਏ ਸਰੀਰ ਲਈ ਬੇਲੋੜੇ ਮੌਜੂਦ ਸੀ। ਬਾਪੂ ਦੇ ਕਿਰਿਆ ਕਰਮ ਨੂੰ ਅਜੇ ਬਹੁਤ ਦਿਨ ਨਹੀਂ ਸੀ ਲੰਘੇ
ਚਰਨੋਂ ਭਰਜਾਈਆਂ ਨੂੰ ਤਾਨੇ ਮਿਹਣੇ ਮਾਰ ਲੰਬੇ ਸਮੇਂ ਤੋਂ ਬਿਮਾਰ ਪਈ ਮਾਂ ਨੂੰ ਪਿੰਡ ਲੈ ਆਈ। ਧੰਨਵਾਦ। ਅਗਲੀ ਕਹਾਣੀ ਹੈ ਬਾਬੇ। ਵੇ ਨਾਰੀ, ਡੁੱਬ ਜਾਣਿਆ, ਉੱਠਣਾ ਨਹੀਂ। ਦੇਖ ਬਾਹਰ ਕਿੱਡਾ ਦਿਨ ਚੜ੍ਹ ਆਇਆ। ਜਾ ਕੇ ਬੁੱਢੇ ਨੂੰ ਚਾਹ ਦੇ ਕੇ ਆ, ਤੱਤੀ ਕਰਕੇ। ਦੀਪੋ ਖਿਜੀ ਖੱਪੀ ਇੱਕੋ ਸਾਹੇ ਬੋਲੀ ਜਾ ਰਹੀ ਸੀ। ਲੋਕੀ ਤਾਂ ਕਦੋਂ ਦੇ ਡੇਰੇ ਪਹੁੰਚ ਗਏ ਹੋਣੇ ਆ। ਇੱਥੇ ਘਰ ਦੇ ਸਿਆਪੇ ਨਹੀਂ ਮੁੱਕਣੇ। ਮੈਂ ਤਾਂ ਕਹਿੰਦੀ ਹਾਂ ਛਿੰਦੀਏ ਸਕੂਲ ਜਾਣ ਨੂੰ ਰਹਿਣ ਦੇ ਭਾਵੇਂ ਅੱਜ। ਮੈਂ ਭਾਈ ਸੇਵਾ ਤੇ ਜ਼ਰੂਰ ਜਾਣਾ ਹੈ। ਕਿਤੇ ਕਰਮਾਂ ਨਾਲ ਮਿਲਦੀ ਹੈ ਸੰਤਾਂ ਦੀ ਚਰਨ ਧੂੜ। ਲੈ ਐ ਬੀਬੀ ਬੋਰਡ ਦੇ ਪਰਚੇ ਨੇ ਮੇਰੇ। ਮੈਂ ਨਹੀਂ ਜਾਂ ਮੈਂ ਤਾਂ ਨਾ ਮੇਰੀ ਰਾਣੀ ਧੀ, ਕੁਛ ਨਹੀਂ ਹੁੰਦਾ ਇੱਕ ਦਿਨ ਨਾਲ। ਮਹਾਰਾਜ ਆਪੇ ਜਾਣੀ ਜਾਣ ਹੈ। ਕੋਈ ਨਹੀਂ, ਸੁੱਖਣਾ ਸੁੱਖ ਦੂੰ ਉੱਥੇ ਤੇਰੇ ਪੇਪਰਾਂ 'ਚ ਫਸਟ ਆਉਣ ਦੀ। ਲੈ ਫੜੋ ਚਾਹ, ਭੱਜ ਕੇ ਦੇ ਆਪਣੇ ਬਾਬੇ ਨੂੰ। ਕਦੋਂ ਦਾ ਦੇਖਦਾ ਹੋਣਾ ਅੱਖਾਂ ਟੱਡ ਕੇ। ਨਾਲੇ ਕਹਿੰਦੀ ਗੋਲੀਆਂ ਵੀ ਚਾਹ ਨਾਲ ਹੀ ਲੈ ਲੂਗਾ। ਹੁਣ ਬੁੜੇ ਬਾਰੇ ਦੁੱਧ ਪੀ ਕੇ ਗੱਡਾ ਨਹੀਂ ਖਿੱਚਣਾ ਉਹਨੇ। ਦੁੱਧ ਤਾਂ ਜਮਾ ਹੀ ਥੋੜਾ ਦਿੱਤਾ ਚੰਦਰੀ ਨੇ। ਪਤਾ ਨਹੀਂ ਕਿਹਦੀ ਨਜ਼ਰ ਚੜੀ ਆ। ਕਾੜੇ ਦੁੱਧ ਦੀ ਬੋਤਲ ਤੇ ਟੱਬਰ ਦੇ ਮੂੰਹੋਂ ਖੋਹ ਖਿੱਚ ਕੇ ਜੋੜਿਆ ਦੇਸੀ ਘਿਓ ਵਾਲਾ ਡੱਬਾ ਸੁੱਚੇ ਹੱਥੀਂ ਝੋਲੇ 'ਚ ਪਾਉਂਦੀ ਦੀਪੋ ਬੋਲੀ ਜਾ ਰਹੀ ਸੀ। ਫਿਰ ਕੁੜੀ ਨੂੰ ਹਦਾਇਤ ਕਰਕੇ ਘਰ ਦਾ ਖਿਆਲ ਰੱਖੀ, ਲੜੀ ਨਾ ਵੀਰੇ ਨਾਲ। ਬੋਤਲ ਦੇ ਗਲ ਦੁਆਲੇ ਝੋਲਾ ਲਪੇਟ ਚੁੰਨੀ ਦਾ ਪੱਲਾ ਸੁਆਰਦੀ ਦੀਪੋ ਦੇਹਲੀਓਂ ਬਾਹਰ ਡੇਰੇ ਨੂੰ ਨਿਕਲ ਤੁਰੀ। ਧੰਨਵਾਦ। ਅਗਲੀ ਕਹਾਣੀ ਬਦਲਦੀ ਤਕਦੀਰ। ਇੰਸਪੈਕਟਰਾਂ ਦੀਆਂ ਨੌਕਰੀਆਂ ਵਿਕਣੀਆਂ ਸੀ। ਅਲੀ ਰਾਮ ਵੀ ਆਪਣੇ ਸਾਕ ਸੰਬੰਧੀਆਂ ਤੋਂ ਪੈਸੇ ਫੜਾ ਕੇ ਇੰਟਰਵਿਊ ਤੇ ਪਹੁੰਚ ਗਿਆ। ਉੱਥੇ ਹਰ ਬੰਦਾ ਹੱਥਾਂ 'ਚ ਸਰਟੀਫਿਕੇਟ ਦੀਆਂ ਫਾਈਲਾਂ ਤੇ ਨਾਲ ਪੈਸਿਆਂ ਵਾਲੇ ਸੂਟਕੇਸ ਲੈ ਕੇ ਪਹੁੰਚਿਆ ਸੀ। ਇੰਟਰਵਿਊ ਲੈ ਰਹੇ ਮੰਤਰੀ ਨੇ ਆਪਣੇ ਅਰਦਲੀ ਨੂੰ ਹੁਕਮ ਕੀਤਾ ਕਿ ਹਰ ਕੈਂਡੀਡੇਟ ਦੇ ਅੰਦਰ ਆਉਣ ਤੋਂ ਪਹਿਲਾਂ ਉਹਦਾ ਸੂਟਕੇਸ ਫੜ ਆਪਣੇ ਕੋਲ ਰੱਖ ਲਵੇ। ਹਰ ਬੰਦਾ ਧੜਕਦੇ ਦਿਲ ਨਾਲ ਆਪਣਾ ਸੂਟਕੇਸ ਅਰਦਲੀ ਦੇ ਹਵਾਲੇ ਕਰਕੇ ਅੰਦਰ ਲੰਘ ਰਿਹਾ ਸੀ। ਵਾਰੀ ਆਉਣ ਤੇ ਅਲੀ ਰਾਮ ਵੀ ਮੰਤਰੀ ਦਾ ਹੁਕਮ ਸਵੀਕਾਰ ਕਰਦਾ ਅੰਦਰ ਲੰਘ ਗਿਆ। ਨਮਾਣਾ ਜਿਹਾ ਦੇਖ ਮੰਤਰੀ ਨੇ ਪੁੱਛਿਆ, ਹਾਂ ਬਈ ਕਿੰਨਾ ਲੈ ਕੇ ਆਇਆ? ਅੱਗੋਂ ਅਲੀ ਰਾਮ ਨੇ ਹੱਥ ਜੋੜਦਿਆਂ ਕਿਹਾ, ਪੂਰਾ 5 ਲੱਖ ਆ ਜੀ। ਮੰਤਰੀ ਜੀ ਹੱਸ ਕੇ ਬੋਲੇ, ਭਾਈ ਭਲਿਆ ਮਾਨਸਾ, ਚਪੜਾਸੀ ਦੀ ਨੌਕਰੀ, ਜਿੰਨੇ ਪੈਸੇ ਦੇ ਕੇ ਇੰਸਪੈਕਟਰ ਲੱਗਣ ਨੂੰ ਫਿਰਦਾ। ਅਰਦਲੀ ਨੂੰ ਹੁਕਮ ਕੀਤਾ ਕਿ ਅਲੀ ਰਾਮ ਨੂੰ ਜਲਦੀ ਵਾਪਸ ਮੋੜਿਆ ਜਾਏ। ਸਾਹਿਬ ਦਾ ਹੁਕਮ ਸੁਣਦਿਆਂ ਅਰਦਲੀ ਨੇ ਸੂਟਕੇਸ ਅਲੀ ਰਾਮ ਦੇ ਹਵਾਲੇ ਕਰਦਿਆਂ ਉੱਥੋਂ ਜਲਦੀ ਫੁੱਟ ਜਾਣ ਨੂੰ ਕਿਹਾ। ਅਲੀ ਰਾਮ ਵਿਚਾਰਾ ਬੋਝਲ ਮਨ ਨਾਲ ਲੱਤਾਂ ਘੜੀਸਦਾ ਘਰ ਜਾ ਪਹੁੰਚਿਆ। ਘਰ 'ਚ ਪਹਿਲਾਂ ਹੀ ਨਿਰਾਸ਼ਾ ਦਾ ਆਲਮ ਸੀ। ਜਦ ਅਲੀ ਰਾਮ ਨੇ ਦੁਖੀ ਮਨ ਨਾਲ ਰਿਸ਼ਤੇਦਾਰਾਂ ਦੇ ਇਕੱਠੇ ਕੀਤੇ ਰੁਪਏ ਵਾਪਸ ਮੋੜਨ ਲਈ ਸੂਟਕੇਸ ਦਾ ਤਾਲਾ ਖੋਲ੍ਹਿਆ ਤਾਂ ਖੁਸ਼ੀ ਨਾਲ ਸਾਹ ਉੱਪਰ ਚੜ੍ਹ ਗਿਆ। ਪੈਸੇ ਗਿਣਦਿਆਂ ਥੁੱਕ ਮੁੱਕ ਗਿਆ, ਪਰ ਪੈਸੇ ਗਿਣਨੇ ਅਜੇ ਵੀ ਬਾਕੀ ਸੀ। ਖੁਸ਼ੀ ਦੀ ਹੱਦ ਨਾ ਰਹੀ। ਆ ਤਾਂ ਕਮਾਲ ਹੋ ਗਈ, 1 ਘੰਟੇ 'ਚ ਚੌਗਣੇ ਤੋਂ ਵੀ ਵੱਧ। ਹੁਣ ਅਲੀ ਰਾਮ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਕਾਲੀ 'ਚ ਉਹਦਾ ਸੂਟਕੇਸ ਹੀ ਨਹੀਂ ਬਦਲਿਆ, ਉਹਦੀ ਤਕਦੀਰ ਹੀ ਬਦਲ ਗਈ ਸੀ। ਧੰਨਵਾਦ। ਅਗਲੀ ਕਹਾਣੀ ਹੈ ਧੁਆਂਖਿਆ ਹੀਰਾ। ਹੰਬੇ ਹਾਰੇ ਮਜਬੂਰ ਬੇਵੱਸ ਹੋਏ ਬਾਪ ਨੇ ਮੁੰਡੇ ਵਾਲਿਆਂ ਵੱਲੋਂ ਰੱਖੀਆਂ ਸਭ ਸ਼ਰਤਾਂ ਅਣਮੰਨੇ ਜੇ ਮਨ ਨਾਲ ਇਹ ਸੋਚ ਕੇ ਮੰਨ ਲਈਆਂ ਕਿ ਚਲੋ ਫੜੇ ਤੁੜੇ ਸਾਲ ਖੰਡ 'ਚ ਮੁੜ ਕੇ ਸੁਰਖਰੂ ਹੋ ਜਾਵਾਂਗੇ। ਧੀ ਤਾਂ ਸਾਰੀ ਉਮਰ ਰਾਜ ਕਰੂ ਤੇ ਨਾਲੇ ਜੇ ਕਿਤੇ ਸਾਡਾ ਵੀ ਸਬੱਬ ਬਣ ਗਿਆ ਤਾਂ ਉਹੀ। ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਸਨ। ਦਿਨ ਥੋੜ੍ਹੇ ਹੋਣ ਕਰਕੇ ਸਾਰੇ ਟੱਬਰ ਦੀ ਕੋਸ਼ਿਸ਼ ਇਹ ਸੀ ਕਿ ਕਿਸੇ ਗੱਲ ਦੀ ਤੋਟ ਨਾ ਛੱਡੀ ਜਾਏ। ਵਿਆਹ ਵਾਲੇ ਦਿਨ ਫੁੱਲਾਂ ਨਾਲ ਲੱਦੇ ਪੈਲੇਸ 'ਚ ਬਰਾਤ ਢੁੱਕਣ ਪਿੱਛੋਂ ਤੈਅ ਹੋਈਆਂ ਭਾਰੀ ਛਾਪਾਂ ਤੇ ਵਧੀਆ ਕੰਬਲਾਂ ਨਾਲ ਗੋਰੇ ਚਿੱਟੇ ਸਾਰੇ ਪਰਿਵਾਰ ਤੇ ਨਾਲ ਆਏ ਹੋਰ ਪਤਵੰਤੇ ਸੱਜਣਾਂ ਦੀਆਂ ਮਿਲਣੀਆਂ ਹੋਈਆਂ। ਉਧਰ ਕੁੜੀ ਦੇ ਮਾਪਿਆਂ ਤੋਂ ਇਸ ਗੱਲ ਦੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ ਕਿ ਦੇਰ ਆਏ ਦਰੁਸਤ ਆਏ। ਮੁਤਾਬਕ ਉਹਨਾਂ ਦੇ ਸਬੰਧ ਬੜੇ ਉੱਚੇ ਤੇ ਅਮੀਰ ਖਾਨਦਾਨ ਨਾਲ ਜੁੜੇ ਸਨ। ਮਿਲਟਰੀ ਬੈਂਡ ਵਾਲਿਆਂ ਨੇ ਬੜੇ ਫੁਰਤੀਲੇ ਢੰਗ ਨਾਲ ਡਾਂਸ ਕਰਦਿਆਂ ਵਿਆਹੁੰਦੜ ਨੂੰ ਸੱਜੀ ਖੜੀ ਦੁਲਹਨ ਦੇ ਗਲੇ ਜੈਮਾਲਾ ਪਾਉਣ ਦੀ ਰਸਮ ਅਦਾ ਕਰਨ ਲਈ ਰਾਹ ਛੱਡਿਆ। ਮੇਲੀਆਂ ਨੇ ਤਾੜੀਆਂ ਵਜਾਉਣ ਲਈ ਕੋਟਾਂ ਦੀਆਂ ਜੇਬਾਂ 'ਚੋਂ ਹੱਥ ਬਾਹਰ ਕੱਢ ਲਏ ਸਨ। ਐਨ ਉਸ ਸਮੇਂ ਜਦੋਂ ਲਾੜਾ ਪੂਰੇ ਰੋਹਬ ਨਾਲ ਅੱਗੇ ਵੱਧ ਕੇ ਜੈਮਾਲਾ ਸਿਰ ਉੱਪਰ ਕਰ ਗਲੇ ਪਾਉਣ ਲੱਗਿਆ ਤਾਂ ਭੀੜ ਚੀਰਦਿਆਂ ਇੱਕ ਅਣਜਾਣ ਮੁਟਿਆਰ ਨੇ ਉਹਦਾ ਹੱਥ ਫੜ ਲਿਆ। ਸਭ ਹੈਰਾਨ ਹੋ ਕੇ ਤੱਕਣ ਲੱਗੇ, ਇਹ ਕੀ ਬਦਸ਼ਗਨੀ। ਇੰਨੇ ਨੂੰ ਮੁਟਿਆਰ ਲੋਹੀ ਲਾਖੀ ਹੋ ਕੇ ਖੜਕੀ, ਕੁੱਤੇ ਕਮੀਨੇ ਧੋਖੇਬਾਜ਼, ਅਜੇ ਢਿੱਡ ਨਹੀਂ ਭਰਿਆ ਤੇਰਾ,
ਅਣਭੋਲ ਜਵਾਨੀਆਂ ਨਾਲ ਖਿਲਵਾੜ ਕਰਕੇ ਇਹ ਫੋਕੀ ਚਮਕ ਦਮਕ ਦਾ ਨਕਾਬ ਪਹਿਨ ਕੇ ਤੂੰ ਧੀਆਂ ਵਾਲਿਆਂ ਦੇ ਘਰ ਡਾਕੇ ਮਾਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਇੱਕਦਮ ਸਨਾਟਾ ਛਾ ਗਿਆ। ਬਰਾਤ ਨਾਲ ਆਏ ਸੱਜਣ ਮਿੱਤਰਾਂ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ। ਮੁਟਿਆਰ ਚੰਡੀ ਦਾ ਰੂਪ ਧਾਰਨ ਕਰੀ ਖੜੀ ਸੀ। ਸਿਰਫ 2-4 ਦਿਨ ਮੈਨੂੰ ਆਪਣੇ ਨਾਲ ਆਪਣੇ ਘਰ ਰੱਖ ਕੇ ਮੇਰੀ ਜ਼ਿੰਦਗੀ ਕਲੰਕਿਤ ਕਰ ਪ੍ਰਸ਼ਨ ਚਿੰਨ੍ਹ ਲਾਉਣ ਵਾਲਿਆ, ਤੈਨੂੰ ਨਰਕ ਚ ਢੋਈ ਨਹੀਂ ਮਿਲਣੀ। ਇਹ ਤੋਂ ਪਹਿਲਾਂ ਕਿ ਤੂੰ ਮੇਰੀ ਇਸ ਭੈਣ ਨਾਲ ਵੀ ਅਜਿਹਾ ਕਰੇ, ਮੈਂ ਤੈਨੂੰ ਹਵਾਲਾਤ ਭੇਜ ਕੇ ਰਹਾਂਗੀ। ਮੁਟਿਆਰ ਦੇ ਕਹਿਣ ਤੇ ਵਰਦੀਧਾਰੀ ਜਵਾਨਾਂ ਨੇ ਹੱਥਕੜੀ ਮਾਰ ਉਹਨੂੰ ਜੀਪ ਚ ਬਿਠਾ ਲਿਆ। ਉਸ ਅਭਾਗਣ ਕੁੜੀ ਦੇ ਅਥਰੂ ਵੇਖ ਹੱਥਾਂ ਚ ਫੜੇ ਫੁੱਲਾਂ ਵਾਲੇ ਹਾਰ ਸਮੇਤ ਆਲੇ ਦੁਆਲੇ ਦੇ ਸਾਰੇ ਫੁੱਲ ਮੁਰਝਾ ਚੁੱਕੇ ਸਨ। ਧੰਨਵਾਦ। ਅਗਲੀ ਕਹਾਣੀ ਹੈ ਯਾਦਗਾਰੀ ਪੱਖਾ। ਸੱਜਰ ਸੂਈ ਗਾਂ ਅੱਤ ਦੀ ਗਰਮੀ ਨੇ ਲਹੂ ਦਿੱਤੀ ਹੋਣ ਕਰਕੇ ਦੁੱਧ ਸੁਕਾ ਗਈ। ਲੂ ਦਿੱਤੀ ਹੋਣ ਕਰਕੇ ਦੁੱਧ ਸੁਕਾ ਗਈ। ਡਾਕਟਰ ਦੀ ਸਲਾਹ ਮੁਤਾਬਕ ਉਹਨੂੰ ਖੁੱਲੇ ਥਾਂ ਜਾਂ ਫਿਰ ਪੱਖੇ ਥੱਲੇ ਬੰਨਿਆ ਜਾਣਾ ਜ਼ਰੂਰੀ ਸੀ। ਘਰ ਚ ਨਿਗਾਹ ਘੁਮਾਇਆ ਕੋਈ ਵਾਧੂ ਪੱਖਾ ਨਹੀਂ ਸੀ। ਆਖਰ ਬਾਪੂ ਵਾਲੇ ਪੁਰਾਣੇ ਪੱਖੇ ਤੇ ਬਹੂ ਦੀ ਨਿਗਾਹ ਅਟਕੀ। ਕਿਉਂ ਨਾ ਇਹ ਪੱਖਾ ਗਾਂ ਦੀ ਖੁਰਲੀ ਤੇ 15-20 ਦਿਨਾਂ ਲਈ ਟੰਗ ਦਿੱਤਾ ਜਾਵੇ, ਇੰਨੇ ਨੂੰ ਮੌਸਮ ਠੀਕ ਹੋ ਜਾਊਗਾ। ਮੁੰਡੇ ਨੇ ਝਿਜਕਦੇ ਜਿਹੇ ਮਨ ਨਾਲ ਪਤਨੀ ਦੇ ਕਲੇਸ਼ ਤੋਂ ਡਰਦਿਆਂ ਪੱਖਾ ਲੰਬੀ ਤਾਰ ਨਾਲ ਅਗਲੇ ਵਰਾਂਡੇ 'ਚ ਫਿੱਟ ਕਰ ਦਿੱਤਾ। ਬਾਪੂ ਸਾਰੀ ਰਾਤ ਦੁਪੱਟੇ ਦੀ ਪੂਣੀ ਜਿਹੀ ਬਣਾ ਕੇ ਪੈਰਾਂ ਵੱਲ ਕਦੇ ਮੂੰਹ ਉੱਪਰ ਘੁਮਾ ਕੇ ਮੱਛਰ ਤਾਂ ਉਡਾ ਲੈਂਦਾ, ਪਰ ਉਸ ਨਾਲ ਹੋਈ ਬਦਸਲੂਕੀ ਰਾਤ ਭਰ ਦਿਲ ਨੂੰ ਕੁਤਰਦੀ ਰਹੀ। ਮਾਲਕ ਨੂੰ ਸੋਚਾਂ 'ਚ ਡੁੱਬਿਆ ਦੇਖ ਚਾਨਣੀ 'ਚ ਵਰਾਂਡੇ ਦੀ ਕੰਧ ਨਾਲ ਖੜੀ ਬੁੱਢੀ ਗਾਂ ਨੇ ਸਿੰਗ ਹਿਲਾ ਕੇ ਸੰਗਲ ਖੜਕਾਉਂਦਿਆਂ ਉਹਦਾ ਧਿਆਨ ਆਪਣੇ ਵੱਲ ਖਿੱਚਿਆ, ਜਿਵੇਂ ਕਹਿਣਾ ਚਾਹੁੰਦੀ ਹੋਵੇ, ਕਾਹਨੂੰ ਝੂਰਦਾ ਐਵੇਂ, ਇਹ ਤਾਂ ਹੁਣ ਹਰ ਘਰ ਦਰ ਦੀ ਕਹਾਣੀ ਹੈ। ਸਮਾਂ ਬਦਲ ਗਿਆ, ਧੀਆਂ ਪੁੱਤ ਸਭ ਮਤਲਬੀ ਨੇ। ਮੇਰੇ ਵੱਲ ਵੇਖ, ਜਿੰਨਾ ਚਿਰ ਤੇਰੀ ਸੇਵਾ 'ਚ ਰਹੀ ਮੱਖੀ ਤਿਲਕਦੀ ਸੀ ਪਿੰਡੇ ਤੋਂ। ਪੂਰੇ 8 ਸੂਏ ਦਿੱਤੇ ਨੇ ਤੇਰੇ ਹੱਥਾਂ 'ਚ, ਸਾਰੇ ਟੱਬਰ ਨੂੰ ਰੱਜ ਕੇ ਦੁੱਧ ਪਿਲਾਇਆ, ਆਪਣੇ ਬੱਚਿਆਂ ਹਿੱਸੇ ਆਉਂਦਾ ਵੀ। ਕੀ ਕਦਰ ਪਾਈ ਹੈ? ਇੱਕੋ ਕਿੱਲੇ ਨੂੜੀ ਖੜੀ ਹੈ, ਜੀ ਕਰਦਾ ਸੁੱਕੇ ਗਿੱਲੇ ਪੱਠਿਆਂ ਦਾ ਰੁੱਗ ਸਿੱਟ ਜਾਂਦੀ ਹੈ, ਨਹੀਂ ਤਾਂ ਕੋਈ ਬਾਤ ਨਹੀਂ ਪੁੱਛਦਾ। ਧੁੱਪੇ ਛਾਵੇਂ ਖੜੀ ਦੀ ਮੋਹ ਮੁਹੱਬਤ ਤੇ ਇਨਸਾਨੀਅਤ ਤੱਕ ਕਦੋਂ ਦੇ ਮਰ ਚੁੱਕੇ ਹੈ। ਜੇ ਤੇਰਾ ਸਾਰਾ ਟੱਬਰ ਕੂਲਰ ਮੂਹਰੇ ਘੂਕ ਸੁੱਤਾ ਪਿਆ ਤਾਂ ਮੇਰੀ ਜਾਈ ਅਮਰੀਕਨ ਵੀ ਤਾਂ ਪੱਖੇ ਥੱਲੇ ਲੰਮੀਆਂ ਤਾਣੀ ਪਈ ਹੈ। ਗਾਂ ਨੇ ਮੋਟੀਆਂ ਕਾਲੀਆਂ ਅੱਖਾਂ ਝਪਕੀਆਂ, ਜਿਵੇਂ ਰੋ ਕੇ ਅਥਰੂ ਵਹਾ ਰਹੀ ਹੋਵੇ। ਮੰਜੇ ਨਾਲ ਜੁੜੇ ਲਾਚਾਰ, ਮਜਬੂਰ ਤੇ ਬੇਜਾਨ ਬਾਪੂ ਨੂੰ ਗਾਂ ਦੀ ਕਹਾਣੀ ਆਪਣੇ ਵਾਂਗ ਦਰਦ ਭਰੀ ਲੱਗੀ। ਉਹਨੇ ਬੇਵਸੀ ਦਾ ਡੂੰਘਾ ਹੌਕਾ ਭਰਿਆ। ਉਹਦੇ ਅੰਦਰ ਇੱਕ ਗੁਰਜ ਜੀ ਉੱਠੀ ਤੇ ਪ੍ਰਾਣ ਪਖੇਰੂ ਉੱਡ ਗਏ। ਅੱਜ ਬਾਪੂ ਦੇ ਭੋਗ ਤੇ ਰਿਸ਼ਤੇਦਾਰ, ਸਾਕ ਸੰਬੰਧੀ, ਜੁੜੀ ਪਿੰਡ ਦੀ ਪੰਚਾਇਤ, ਸਾਰੇ ਇਹ ਸ਼ਬਦ ਪੱਖੇ ਦੇ ਪਰਾਂ ਤੇ ਲਿਖੇ ਬੜੇ ਧਿਆਨ ਨਾਲ ਪੜ੍ਹ ਰਹੇ ਸਨ। ਸੇਵਾ ਕਰਾਈ ਸਵਰਗੀ ਸਰਦਾਰ ਜਗੀਰ ਸਿੰਘ ਦੀ ਯਾਦ ਵਿੱਚ। ਧੰਨਵਾਦ। ਅਗਲੀ ਕਹਾਣੀ ਹੈ ਸੱਚਾ ਸਿਪਾਹੀ। ਅਧਰੰਗ ਪੀੜਤ ਹੱਡੀਆਂ ਦੀ ਮੁੱਠ ਬਣੇ ਬੁੱਢੇ ਨੂੰ ਬਾਹਾਂ ਤੇ ਚੁੱਕੀ ਆਉਂਦਿਆਂ ਵੇਖ ਗੇਟ ਤੇ ਖੜੇ ਸਿਪਾਹੀ ਨੇ ਧੱਕ ਕੇ ਦਰਵਾਜ਼ਾ ਬੰਦ ਕਰ ਲਿਆ। ਟਾਈਮ ਖਤਮ ਹੋ ਗਿਆ, ਹੁਣ ਨਹੀਂ ਪੈਣੀ ਵੋਟ ਇਹਦੀ। ਫਿਰ ਜਿਵੇਂ ਜਲਦੀ ਉਹਨਾਂ 'ਚ ਸਮਝੌਤਾ ਹੋ ਗਿਆ ਹੋਵੇ, ਬਾਬੇ ਨੂੰ ਚੁੱਕਣ ਵਾਲਾ ਨੌਜਵਾਨ ਝੱਟ ਅੰਦਰ ਪੋਲਿੰਗ ਬੂਥ ਅੱਗੇ ਜਾ ਖੜੋਤਾ। ਉਹਨੇ ਚਾਹ ਦੀਆਂ ਚੁਸਕੀਆਂ ਭਰਦੇ ਸਾਹਮਣੇ ਟੇਬਲ ਤੇ ਬੈਠੇ ਬਾਊ ਨੂੰ ਇਸ਼ਾਰਾ ਕਰ ਆਖਿਆ, ਪਵਾ ਲਓ ਜੀ ਵੋਟ, ਮਿਹਰਬਾਨੀ ਕਰਕੇ, ਤੁਹਾਨੂੰ ਪਤਾ ਮੁਕਾਬਲਾ ਬੜਾ ਸਖਤ ਹੈ ਇਸ ਵਾਰ। ਬਾਬੇ ਨੇ ਖਿੱਚਵੇਂ ਸਾਹ ਨਾਲ ਝੁਰੜੀਆਂ ਭਰੇ ਚਿਹਰੇ 'ਚੋਂ ਵੇਲਾ ਵਿਹਾ ਚੁੱਕੀਆਂ ਡੂੰਘੀਆਂ ਅੱਖਾਂ ਪੁੱਟ ਕੇ ਵੇਖਿਆ। ਜਿਸ ਪਾਰਟੀ ਦਾ ਉਹ ਸੱਚਾ ਸੁੱਚਾ ਇਮਾਨਦਾਰ ਤੇ ਸਰਗਰਮ ਵਰਕਰ ਰਿਹਾ ਸੀ, ਸਾਰੀ ਉਮਰ ਪਾਰਟੀ ਪ੍ਰਤੀ ਵਫਾਦਾਰੀ ਨਾਲ ਕੰਮ ਕੀਤਾ, ਅੱਜ ਬੇਵਸ ਤੇ ਲਾਚਾਰ ਹੋਏ ਬਾਬੇ ਦੇ ਛੋਟੇ ਪੋਤੇ ਨੇ ਮਨਮਾਨੀ ਕਰ ਠਾਹ ਕਰਦੀ ਮੋਹਰ ਉਹਦੀ ਮਰਜ਼ੀ ਦੇ ਖਿਲਾਫ ਲਾਤੀ। ਇਹ ਦੇਖ ਬਾਬੇ ਦਾ ਚਿਹਰਾ ਇੱਕਦਮ ਲਾਲ ਪੀਲਾ ਹੋ ਗਿਆ। ਉਹ ਸਰੀਰ ਦੀ ਸਾਰੀ ਸੱਤਿਆ ਇਕੱਠੀ ਕਰਕੇ ਬੋਲਣਾ ਚਾਹਿਆ, ਪਰ ਥਥਲਾਈ ਜ਼ਬਾਨ ਕੁਛ ਨਾ ਕਹਿ ਸਕੀ। ਫਿਰ ਬਾਬਾ ਸਿਰ ਤੇ ਬੰਨੀ ਪੱਗ ਦੇ ਤੇ ਦੋਵੇਂ ਹੱਥ ਮਾਰ ਇੱਕਦਮ ਗੱਜ ਵਾਂਗ ਸਿੱਧਾ ਹੋ ਗਿਆ। ਆਪਣੇ ਲਹੂ ਵੱਲੋਂ ਕੀਤੀ ਜ਼ਿਆਦਤੀ ਕਰਕੇ ਪਾਰਟੀ ਪ੍ਰਤੀ ਦਗਾ ਨਾ ਸਹਾਰਦਿਆਂ ਵੇਖਦੇ ਹੀ ਵੇਖਦੇ ਉਹਦੀ ਗਰਦਨ ਲੁੜਕ ਗਈ। ਧੰਨਵਾਦ। ਅਗਲੀ ਕਹਾਣੀ ਹੈ ਕਿਰਤ ਦੀ ਕਦਰ। ਲਾਲ ਬੱਤੀ ਹੋਣ ਤੇ ਵਾਹਨਾਂ ਦਾ ਕੌੜਾ ਧੂੰਆਂ ਅੱਖਾਂ 'ਚ ਚੁਭਦਾ ਹੋਇਆ ਵਰੋਲੇ ਬਣ ਅਸਮਾਨ ਵੱਲ ਉੱਡ ਰਿਹਾ ਸੀ।
ਸਾਈਕਲਾਂ ਤੇ ਸਕੂਟਰਾਂ ਵਾਲੇ ਭਾਰੀ ਗੱਡੀਆਂ ਵਿਚਲੀ ਵਿੱਥ ਚੋਂ ਲੰਘ ਅੱਗੇ ਜਾਣ ਦੀ ਕੋਸ਼ਿਸ਼ 'ਚ ਸਨ। ਜ਼ਿਆਦਾ ਭੀੜ ਕਰਕੇ ਮੈਂ ਆਪਣੇ 9 ਸਾਲ ਦੇ ਬੇਟੇ ਨੂੰ ਸੜਕ ਪਾਰ ਕਰਾਉਣ ਲਈ ਡੋਲੇ ਤੋਂ ਘੁੱਟ ਕੇ ਫੜ ਰੱਖਿਆ ਸੀ, ਪਰ ਥੋੜਾ ਜਿਹਾ ਹੋਰ ਅੱਗੇ ਇਸ ਤੋਂ ਵੀ ਘੱਟ ਉਮਰ ਦਾ ਇੱਕ ਬੱਚਾ ਪਸੀਨੇ ਨਾਲ ਭਿੱਜਿਆ, ਮੈਲ ਨਾਲ ਗੁੰਨੇ ਕੱਪੜੇ ਤੇ ਪੈਰੋਂ ਨੰਗਾ ਚਾਲਕਾਂ ਤੇ ਉਹਦੇ ਮਗਰ ਬੈਠੀਆਂ ਸਵਾਰੀਆਂ ਨੂੰ ਇੱਕ ਬੁਰਸ਼ ਖਰੀਦਣ ਲਈ ਤਰਲੇ ਕੱਢ ਰਿਹਾ ਸੀ। ਜਾਲੇ ਲਾਉਣ ਵਾਲੇ ਇਹਨਾਂ ਬੁਰਸ਼ਾਂ ਨੂੰ ਬੰਨੀਆਂ ਡਾਂਗਾਂ ਉਹਦੇ ਆਪਣੇ ਕੱਦ ਤੋਂ ਕਿਤੇ ਲੰਮੀਆਂ ਹੋਣ ਕਰਕੇ ਨੰਨੇ ਮੁੰਨੇ ਹੱਥਾਂ 'ਚ ਬੇਕਾਬੂ ਹੋ ਰਹੀਆਂ ਸੀ। ਜ਼ਿਆਦਾ ਲੋਕਾਂ ਦਾ ਧਿਆਨ ਹਰੀ ਬੱਤੀ ਹੋਣ ਵੱਲ ਕੇਂਦਰਿਤ ਸੀ, ਕਿਉਂਕਿ ਹਰ ਕੋਈ ਖੜੀ ਗੱਡੀ ਦੇ ਮੱਚ ਰਹੇ ਤੇਲ ਲਈ ਫਿਕਰਮੰਦ ਸੀ। ਕਈ ਲੋਕਾਂ ਨੇ ਉਹਦੀਆਂ ਖਿੱਲਰ ਰਹੀਆਂ ਡਾਂਗਾਂ ਪਰੇ ਧੱਕਦੀਆਂ ਅੱਖਾਂ ਵਿਖਾਈਆਂ। ਮੇਰੇ ਬੇਟੇ ਨੇ ਸਵਾਲ ਕੀਤਾ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ। ਮੈਂ ਕਿਹਾ, ਸਭ ਢਿੱਡ ਦੀ ਖਾਤਰ। ਬੇਟੇ ਨੇ ਆਪਣੀ ਬੋਰਨਵਿਟਾ ਵਾਲੀ ਦੁੱਧ ਨਾਲ ਭਰੀ ਨਿੱਕੀ ਜਿਹੀ ਗੁੱਗੜ ਤੇ ਹੱਥ ਫੇਰਦਿਆਂ ਕਿਹਾ, ਢਿੱਡ? ਜਿਵੇਂ ਗੱਲ ਉਹਦੇ ਸਿਰ ਉੱਪਰੋਂ ਲੰਘ ਗਈ ਹੋਵੇ। ਮੈਂ ਉਸ ਲਿਬੜੇ ਜਿਹੇ ਅਣਭੋਲ ਚਿਹਰੇ ਨੂੰ ਇਸ਼ਾਰਾ ਕੀਤਾ ਤਾਂ ਭੀੜ ਚੀਰਦਿਆਂ ਕੋਲ ਆ ਗਿਆ। ਭਾਵੇਂ ਮੈਨੂੰ ਜ਼ਰੂਰਤ ਨਹੀਂ ਸੀ, ਪਰ ਮੈਂ ਨੋਟ ਅੱਗੇ ਵਧਾਇਆ ਤਾਂ ਉਹਨੇ ਪ੍ਰਸੰਨ ਹੋ ਕੇ ਮੈਨੂੰ ਇੱਕ ਡਾਂਗ ਵਾਲਾ ਬੁਰਸ਼ ਫੜਾ ਦਿੱਤਾ। ਉਹਦੀਆਂ ਬਲੌਰੀ ਅੱਖਾਂ ਇੱਕ ਟੱਕ ਮੇਰੇ ਵੱਲ ਤੱਕ ਰਹੀਆਂ ਸੀ, ਜਿਵੇਂ ਉਹਦੀ ਮਾਸੂਮੀਅਤ ਕਹਿ ਰਹੀ ਹੋਵੇ, ਸ਼ਾਬਾਸ਼ ਸਰਦਾਰਾ, ਤੇਰੇ ਵਰਗੇ ਇਨਸਾਨ ਇਸ ਧਰਤੀ ਤੇ ਯੁੱਗ ਯੁੱਗ ਜਿਉਣ, ਜਿਹਨੇ ਬੇਲੋੜਾ ਹੀ ਬੁਰਸ਼ ਖਰੀਦ ਕੇ ਮੰਗਣ ਦੀ ਲਾਹਨਤ ਨਾਲੋਂ ਕਲਾ ਤੇ ਕਿਰਤ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੱਤੀ ਹਰੀ ਹੋ ਗਈ। ਵਾਹਨ ਆਪੋ ਆਪਣੀਆਂ ਮੰਜ਼ਿਲਾਂ ਵੱਲ ਤੇਜ਼ ਰਫ਼ਤਾਰ ਫੜ ਗਏ। ਅਗਲੀ ਕਹਾਣੀ ਮਮਤਾ। ਜਿਉਂ ਹੀ ਜੈਲੇ ਦੇ ਐਕਸੀਡੈਂਟ ਦੀ ਖਬਰ ਸੁਣ ਡੌਰ ਭੌਰ ਹੋਈ ਬੇਬੇ ਚੁੰਨੀ ਚੁੱਕ ਧੌਲ ਧੱਕੇ ਖਾਂਦੀ ਬਾਹਰਲੇ ਘਰ ਨੂੰ ਤੁਰੀ। ਪਿੱਛੋਂ ਰਸੋਈ ਤੋਂ ਬੁੜ-ਬੁੜ ਕਰਦੀ ਛੋਟੀ ਬਹੂ ਦੀ ਆਵਾਜ਼ ਕੰਨੀ ਪਈ, ਜੇ ਉਹਨਾਂ ਦੇ ਜਾਣਾ ਤਾਂ ਸਾਡੇ ਘਰ ਨਾ ਵੜੀ, ਖਾ ਲਈ ਜਾ ਕੇ ਉੱਥੇ ਹੀ ਪੱਕੇ ਪਰੌਂਠੇ, ਜੇ ਬਹੁਤਾ ਹੇਜ ਆਉਂਦਾ ਉਹਨਾਂ ਦਾ। ਮਸਾਂ ਪਹੁੰਚੀ ਉਖੜੇ ਸਾਹ ਨਾਲ ਜੈਲੇ ਦੇ ਮੰਜੇ ਕੋਲ ਖੜੀ ਬੇਬੇ ਉਹਨੂੰ ਦੇਖ ਹੰਝੂ ਘੇਰਦੀ ਰਹੀ। ਜਿਹਨੇ ਬੇਬੇ ਨੂੰ ਆਉਂਦੀ ਦੇਖ ਪਹਿਲਾਂ ਹੀ ਮੂੰਹ ਢੱਕ ਲਿਆ ਸੀ। ਆਪਣੇ ਸਾਰੇ ਸਰੀਰ ਦੀ ਸੱਤਿਆ ਇਕੱਠੀ ਕਰਕੇ ਵੀ ਉਹ ਪੁੱਤ ਨੂੰ ਬੁਲਾ ਨਾ ਸਕੀ। ਅੱਗੋਂ ਜੈਲੇ ਦੀ ਘਰ ਵਾਲੀ ਮੱਥੇ ਤੇ ਤਿਉੜੀਆਂ ਪਾ ਕੇ ਬੋਲੀ, ਤੂੰ ਹੀ ਆ ਸਿਆਪੇ ਦੀ ਜੜ, ਤੇਰਾ ਕੀਤਾ ਕਲੇਸ਼ ਸਾਡੇ ਅੱਗੇ ਆ ਗਿਆ। ਅਸੀਂ ਤਾਂ ਪਹਿਲਾਂ ਹੀ ਬਥੇਰੇ ਦੁਖੀ ਹਾਂ, ਹੋਰ ਦੁਖੀ ਕਰਨ ਆ ਗਈ। ਉਹਨੀ ਪੈਰੀਂ ਲੱਤਾਂ ਘੜੀਸਦੀ ਬੇਬੇ ਅੰਦਰਲੇ ਘਰ ਨੂੰ ਜਾਂਦੀ ਵੀਹੀ ਚੜਨ ਲੱਗੀ, ਧੜਮ ਕਰਕੇ ਡਿੱਗੀ। ਸਾਰੇ ਕੂਕ ਰੌਲਾ ਪੈ ਗਿਆ। ਸਾਕ ਸੰਬੰਧੀ ਇਕੱਠੇ ਹੋਣ ਨੂੰ ਬਹੁਤੀ ਦੇਰ ਨਾ ਲੱਗੀ। ਕੀਮਤੀ ਲੋਈ 'ਚ ਲਿਪਟੀ ਬੇਬੇ ਦੀ ਦੇਹ ਨੂੰ ਮੋਢਾ ਦੇ ਦੋਵੇਂ ਭਰਾ ਦਿਨ ਛਿਪਣ ਤੋਂ ਪਹਿਲਾਂ ਸ਼ਮਸ਼ਾਨ ਘਾਟ ਵੱਲ ਤੁਰ ਪਏ। ਧੰਨਵਾਦ। ਅਗਲੀ ਕਹਾਣੀ ਹੈ ਵਕੀਲਣੀ ਭੂਆ। ਗਲੀ ਦੇ ਤਿਰਛੇ ਕਿਸੇ ਮੋੜ ਤੇ ਸਕੂਟਰ ਖੜਾ ਦਲਬੀਰ ਮੈਡਮ ਨੇ ਜਲਦੀ ਨਾਲ ਆਪਣੇ ਹੱਥ ਵਿਚਲਾ ਕਾਲਾ ਬੈਗ ਸੰਭਾਲਦਿਆਂ ਦੂਸਰੀ ਮੈਡਮ ਨਾਲ ਰਲਣ ਦੀ ਕੋਸ਼ਿਸ਼ ਕੀਤੀ। ਜਗੋਂ ਤੱਕੀ 'ਚ ਪਈਆਂ ਦੋਵੇਂ ਮੈਡਮਾਂ ਉਸ ਨੁੱਕਰ ਵਾਲੇ ਕੱਚੇ ਪੱਕੇ ਜਿਹੇ ਵੱਡੇ ਸਾਰੇ ਘਰ ਵੱਲ ਵਧੀਆਂ, ਜਿਸ 'ਚ ਜਾਣ ਤੋਂ ਹਰ ਕੋਈ ਗਲੀ ਗੁਆਂਢ ਡਰਦਾ ਸੀ। ਇਹ ਡਰ ਕੋਈ ਬਘਿਆੜ ਜਾਂ ਕੁੱਤੇ ਦਾ ਨਹੀਂ, ਸਗੋਂ ਉਸ ਘਰ 'ਚ ਰਹਿ ਰਹੀ ਰੋਹਬਦਾਰ ਬੇਬੇ ਦਾ ਸੀ। ਗਲੀ ਮੁਹੱਲੇ ਦੀਆਂ ਜਨਾਨੀਆਂ ਦੇਹਲੀ 'ਚ ਬੈਠੀ ਭੂਆ ਨੂੰ ਸਤਿਕਾਰ ਨਾਲੋਂ ਵੱਧ ਡਰਦਿਆਂ ਪੈਰੀਂ ਪੈਣਾ ਕਰਕੇ ਲੰਘਦੀਆਂ, ਨਹੀਂ ਤਾਂ ਪੁੱਠੀ ਮਾਲਾ ਫੇਰਨ ਨੂੰ ਦੇਰ ਨਾ ਕਰਦੀ। ਕੁੰਡਾ ਖੜਕਾਉਣ ਤੇ ਲੰਮਾ ਵਿਹੜਾ ਪਾਰ ਕਰਕੇ ਬੇਬੇ ਨੇ ਦਰਵਾਜ਼ੇ ਪਿੱਛੇ ਲੱਗੀਆਂ ਇੱਟਾਂ ਪਰੇ ਹਟਾ ਦਰਵਾਜ਼ਾ ਖੋਲ੍ਹਿਆ ਤਾਂ ਦੋਵੇਂ ਮੈਡਮਾਂ ਨੇ ਹੱਥ ਜੋੜ ਕੇ ਫਤਿਹ ਬੁਲਾਈ ਤੇ ਆਖਿਆ, ਅਸੀਂ ਜਨਗਣਨਾ ਕਰਨ ਆਏ ਹਾਂ ਜੀ, ਆਪਣਾ ਨਾਮ ਪਤਾ ਜਨਮ ਲਿਖਾਓ। ਨਾਂ ਤਾਂ ਮੇਰਾ ਸਾਰਾ ਪਿੰਡ ਜਾਣਦਾ, ਬੱਚਾ ਜਾਣਦਾ, ਬੰਨਾ ਚੰਨਾ ਵੀ ਮੈਨੂੰ ਵਕੀਲਣੀ ਭੂਆ ਕਹਿੰਦਾ। ਐਸੇ ਘਰ 'ਚ ਜੰਮੀ ਪਲੀ, ਇਹੀ ਮੇਰਾ ਅੱਗਾ ਪਿੱਛਾ। ਇਹ ਤੋਂ ਪਹਿਲਾਂ ਕਿ ਮੈਡਮ ਕੁਝ ਹੋਰ ਬੋਲਦੀ ਭੂਆ ਕਹਿਣ ਲੱਗੀ, ਪਹਿਲਾਂ ਮੈਨੂੰ ਐਂ ਦੱਸੋ ਕਿ ਥੋਤੋਂ ਸਕੂਲੇ ਬੈਠ ਕੇ ਜਵਾਕ ਨਹੀਂ ਪੜ੍ਹਾ ਹੁੰਦੇ? ਕੀ ਕਰੀਏ, ਸਰਕਾਰ ਨੇ ਡਿਊਟੀ ਲਾਈ ਹੈ। ਇਹੋ ਜਿਹੀ ਨਿਕੰਮੀ ਸਰਕਾਰ ਹੈ, ਨਾਲੇ ਨਖੱਟੂ ਤੁਹਾਡੇ ਅਫਸਰ, ਜਿਹੜੇ ਆਏ ਦਿਨ ਕਦੇ ਵੋਟਾਂ ਬਣਾਉਣ ਨੂੰ, ਕਦੇ ਵੋਟਾਂ ਪਵਾਉਣ ਨੂੰ, ਜਾਂ ਫਿਰ ਨਿਆਣਿਆਂ ਦੇ ਹੱਥਾਂ 'ਚ ਤਖਤੀਆਂ ਫੜਾ ਕੇ ਪਿੰਡ ਦੁਆਲੇ ਘੁਮਾਉਂਦੇ ਫਿਰਦੇ ਆ ਕਿ ਬੱਚੇ ਸਰਕਾਰੀ ਸਕੂਲ 'ਚ ਪੜ੍ਹਾਓ। ਬੱਚੇ ਸੁਆਹ ਪੜ੍ਹਨ? ਸਕੂਲਾਂ ਦਾ ਤਾਂ ਬੇੜਾ ਗਰਕ ਹੋਇਆ ਪਿਆ। ਗੱਲ ਕੀ, ਜਿਹੜੀ ਕੋਈ ਨਵੀਂ ਬਲਾ ਆਉਂਦੀ ਆ ਚੁੱਕ ਕੇ ਮਾਸਟਰਾਂ ਦੇ ਗਲ ਪਾ ਦਿਓ। ਨਾ ਇਹ ਸਕੂਲ ਵੜਨ ਤੇ ਨਾ ਗਰੀਬ ਗੁਰਬੇ ਦੇ ਜਵਾਕ 2 ਅੱਖਰ ਸਿੱਖ ਸਕਣ, ਬਸ ਰਹਿ ਜਾਣ ਦਿਹਾੜੀ ਦੱਪੇ ਜੋਗੇ। ਇਹਨਾਂ ਨੂੰ ਕੋਈ ਭੜੂਆ ਪੁੱਛੇ ਵੀ ਤੁਸੀਂ ਮਾਸਟਰਾਂ ਨੂੰ ਇੰਨੀਆਂ ਤਨਖਾਹਾਂ ਦਿੰਦੇ ਹੋ ਕਾਹਦੇ ਵਾਸਤੇ? ਆਹ ਨਿੱਕੇ ਮੋਟੇ ਕੰਮ ਤਾਂ ਜਿਹਤੋਂ ਮਰਜ਼ੀ ਕਰਵਾ ਲਓ। ਜਦੋਂ ਕਿਤੇ ਮਾਸਟਰ ਸਕੂਲ ਵੜਦੇ ਵੀ ਆ ਤਾਂ ਦਾਲ ਰੋਟੀ ਚੁਲਝ ਜਾਂਦੇ ਆ। ਜਿਹੜੇ ਨਿਆਣੇ ਸਕੂਲ ਜਾਂਦੇ ਵੀ ਨੇ ਉਹ ਰਸੋਈ ਵੱਲ ਝਾਕੀ ਜਾਂਦੇ ਆ ਵੀ ਅੱਜ ਕੜਾਹ ਬਣਿਆ ਕਿ ਚੌਲ ਰਿੱਝਦੇ ਆ।
ਹੁਣ ਮੈਡਮਾਂ ਨੂੰ ਸਮਝ ਲੱਗ ਗਈ ਕਿ ਇਸ ਨੂੰ ਵਕੀਲਣੀ ਭੂਆ ਕਿਉਂ ਕਹਿੰਦੇ ਆ, ਕਿਉਂਕਿ ਉਹ ਇੱਕੋ ਸਾਹੇ ਬੋਲਦੀ ਕਿਸੇ ਟੇਪ ਰਿਕਾਰਡਰ 'ਚ ਪਈ ਰੀਲ ਵਾਂਗ ਬੇਰੋਕ ਬੋਲੀ ਜਾ ਰਹੀ ਸੀ। ਮੈਡਮਾਂ ਨੂੰ ਪਤਾ ਨਾ ਲੱਗੇ ਕਿ ਭੂਆ ਨੂੰ ਕਿੱਥੋਂ ਤੇ ਕਿਵੇਂ ਬੰਦ ਕਰਨ। ਇੰਨੇ ਚਿਰ ਨੂੰ ਸਾਹਮਣੇ ਸਬਾਤ 'ਚੋਂ ਭਾਂਡੇ ਡਿੱਗਣ ਦੀ ਆਵਾਜ਼ ਆਈ। ਸ਼ਾਇਦ ਚੀਕੂ ਟੰਗੇ ਦੁੱਧ ਨੂੰ ਬਿੱਲੀ ਨੇ ਡੋਲਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਭੂਆ ਬੁੜਬੁੜ ਕਰਦੀ ਸਬਾਤ ਵੱਲ ਗਈ ਤੇ ਮੈਡਮਾਂ ਨੇ ਪੋਲੇ ਪੈਰੀ ਦੇਹਲੀਓਂ ਬਾਹਰ ਨਿਕਲ ਕੇ ਸੁੱਖ ਦਾ ਸਾਹ ਲਿਆ। ਧੰਨਵਾਦ। ਅਗਲੀ ਕਹਾਣੀ ਹੈ ਗੂੰਗਾ ਕਾਨੂੰਨ। ਜਦੋਂ ਨਿੱਕੇ ਨਿੱਕੇ ਕੋਮਲ ਤੇ ਸੋਹਣੇ ਹੱਥਾਂ ਵਾਲਾ ਬਾਪੂ ਸੀਤਲ ਦੀਆਂ ਉਂਗਲਾਂ ਫੜ ਵਿੰਗੇ ਟੇਢੇ ਕਦਮ ਪੁੱਟਦਾ, ਲਾਲਾਂ ਸੁੱਟਦਾ, ਚਿਹਰਾ ਉਹਦੀ ਗੋਦੀ ਵੱਲ ਵੱਧਦਾ ਤਾਂ ਬਾਪੂ ਦੀ ਖੁਸ਼ੀ ਡੁੱਲ ਡੁੱਲ ਪੈਂਦੀ। ਉਹ ਖੁਸ਼ੀ ਨਾਲ ਉਹਦੀ ਮਾਂ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਦਾ, ਛੇਤੀ ਨਾਲ ਆ ਦੇਖ ਕਿੰਨੀ ਕਾਹਲ ਹੈ ਮੇਰੇ ਪੁੱਤ ਦੇ ਪੈਰਾਂ 'ਚ। ਪੱਬਾਂ ਭਾਰ ਤੁਰਦਾ ਜੱਸਾ ਆਪ ਵੀ ਖਿੜਖੜਾ ਕੇ ਹੱਸਦਾ ਤਾਂ ਬਾਪੂ ਝੱਟ ਸੀਨੇ ਨਾਲ ਲਾ ਲੈਂਦਾ। ਉਹਨੂੰ ਲੱਗਦਾ ਨਿੱਕੇ ਨਿੱਕੇ ਹੱਥ ਇੱਕ ਦਿਨ ਮਜ਼ਬੂਤ ਹੋ ਕੇ ਉਹਨੂੰ ਬੁਢਾਪੇ ਦੇ ਠੇਡਿਆਂ ਤੋਂ ਬਚਾ ਸਕਣਗੇ। ਫਿਰ ਉਹ ਲੰਮੀਆਂ ਸੋਚਾਂ ਸੋਚਣ ਲੱਗ ਪੈਂਦਾ। ਬਾਪੂ ਜਦੋਂ ਆਥਣ ਨੂੰ ਥੱਕਿਆ ਹਾਰਿਆ ਘਰ ਵੜਦਾ ਤਾਂ ਸਭ ਤੋਂ ਪਹਿਲਾਂ ਜੱਸੇ ਪੁੱਤ ਨੂੰ ਆਵਾਜ਼ ਮਾਰਦਾ, ਜਿਹਨੂੰ ਵੇਖ ਉਹਦੇ ਸਾਰੇ ਦਿਨ ਦਾ ਥਕੇਵਾਂ ਦੂਰ ਭੱਜ ਜਾਂਦਾ। ਜਦੋਂ ਬਾਪੂ ਨਾਲ ਨਿੱਕੀਆਂ ਨਿੱਕੀਆਂ ਤੋਤਲੀ ਆਵਾਜ਼ 'ਚ ਗੱਲਾਂ ਕਰਦਾ ਤਾਂ ਉਹਦੀਆਂ ਗੱਲਾਂ ਉਹਨੂੰ ਸੋਚਣ ਲਈ ਮਜਬੂਰ ਕਰਦੀਆਂ। ਜਦੋਂ ਕਦੇ ਜੱਸਾ ਆਸਮਾਨ 'ਚ ਜਹਾਜ਼ ਉੱਡਦਾ ਵੇਖਦਾ ਤਾਂ ਝੱਟ ਆਪਣੇ ਬਾਪੂ ਨੂੰ ਪੁੱਛਦਾ ਕਿ ਆਪਾਂ ਕਦੋਂ ਚੜਾਂਗੇ ਜਹਾਜ਼। ਭਾਵੇਂ ਬਾਪੂ ਉਹਦੇ ਜਹਾਜ਼ ਚੜ੍ਹਨ ਦੇ ਸ਼ੌਕ ਨੂੰ ਟਾਲਦਾ ਰਿਹਾ, ਪਰ ਜੱਸੇ ਨੇ ਆਪਣੇ ਵਿਆਹੇ ਜਾਣ ਪਿੱਛੋਂ ਵੀ ਆਪਣੇ ਇਸ ਸ਼ੌਕ ਦਾ ਪਿੱਛਾ ਨਾ ਛੱਡਿਆ। ਆਖਿਰਕਾਰ ਬਾਪੂ ਨੇ ਆਪਣੇ ਦਿਲ ਤੇ ਪੱਥਰ ਰੱਖ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਕਰੂੰਜ ਕੇ ਇੱਕ ਦਿਨ ਜੱਸੇ ਪੁੱਤ ਨੂੰ ਵਲਾਇਤ ਜਾਣ ਵਾਲੇ ਜਹਾਜ਼ ਤੇ ਚਾੜ ਦਿੱਤਾ। ਬਾਪੂ ਸ਼ੀਤਲ ਦੀਆਂ ਆਸਾਂ ਉਮੀਦਾਂ ਦੇ ਉਲਟ ਘਰ ਦੀ ਹਾਲਤ ਸੁਧਰਨ ਦੀ ਜਗ੍ਹਾ ਨਿਘਾਰ ਵੱਲ ਜਾ ਰਹੀ ਸੀ, ਕਿਉਂਕਿ ਜੱਸੇ ਨੂੰ ਵਲਾਇਤ ਕੋਈ ਚੰਗਾ ਕੰਮ ਨਾ ਮਿਲਿਆ। ਉਹਦੇ ਮਨ ਜੋ ਵਿਦੇਸ਼ ਜਾਣ ਦਾ ਭੂਤ ਸਵਾਰ ਸੀ, ਉਹਨੇ ਜੱਸੇ ਨੂੰ ਕਿਤੇ ਜੋਗਾ ਨਾ ਛੱਡਿਆ। ਉਹ ਮਨ ਹੀ ਮਨ ਪਛਤਾ ਰਿਹਾ ਸੀ। ਘਰ ਵਾਪਸ ਮੁੜਨਾ ਕਿਹੜਾ ਸੌਖਾ ਪਿਆ ਸੀ। ਜੱਸੇ ਦੀ ਪਤਨੀ ਤੇ ਬੱਚਿਆਂ ਦਾ ਬੋਝ ਬਾਪੂ ਆਪਣੇ ਕਮਜ਼ੋਰ ਹੋ ਚੁੱਕੇ ਮੋਢਿਆਂ ਤੇ ਚੁੱਕੀ ਫਿਰਦਾ ਆਪਣੀ ਜ਼ਿੰਦਗੀ ਬਾਰੇ ਸੋਚਦਾ ਰਹਿੰਦਾ। ਉਧਰ ਸ਼ਰੀਕੇ 'ਚ ਲੱਗਦੀ ਜੱਸੇ ਦੀ ਵੱਡੀ ਭਰਜਾਈ ਮੀਤ ਉਹਦੀ ਪਤਨੀ ਨੂੰ ਗਲਤ ਰਾਹ ਤੇ ਤੋਰਨ ਲਈ ਤਤਪਰ ਸੀ, ਤਾਂ ਕਿ ਆਪਣੀ ਜ਼ਮੀਨ ਨਾਲ ਲੱਗਦਾ ਉਹਨਾਂ ਦੀ ਜ਼ਮੀਨ ਦਾ ਹਿੱਸਾ ਹਥਿਆਇਆ ਜਾ ਸਕੇ। ਬਾਪੂ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਦਾ ਸੀ। ਜੱਸੇ ਦੀ ਪਤਨੀ ਦਾ ਉਹਨਾਂ ਦੇ ਘਰੇ ਜਾਣਾ ਜਾਂ ਮੀਤ ਨਾਲ ਸ਼ਹਿਰ ਖਰੀਦੋ ਫਰੋਖਤ ਲਈ ਜਾਣਾ ਬਾਪੂ ਚੰਗਾ ਨਹੀਂ ਸੀ ਸਮਝਦਾ। ਉਹ ਨਹੀਂ ਚਾਹੁੰਦਾ ਸੀ ਕਿ ਕਿਸੇ ਦੀ ਮਾੜੀ ਉਂਗਲ ਉਹਨਾਂ ਦੇ ਘਰ ਵੱਲ ਉੱਠੇ, ਇਸ ਲਈ ਉਹ ਜੱਸੇ ਦੀ ਪਤਨੀ ਨੂੰ ਟੋਕਦਾ। ਸਮਾਂ ਲੰਘਦਾ ਗਿਆ। ਮੀਤ ਨੇ ਆਪਣਾ ਮਕਸਦ ਪੂਰਾ ਕਰਨ ਲਈ ਜੱਸੇ ਦੀ ਪਤਨੀ ਨੂੰ ਸ਼ਹਿਰ ਕੋਠੀ ਲੈ ਕੇ ਐਸ਼ ਪ੍ਰਸਤੀ ਨਾਲ ਰਹਿਣ ਲਈ ਪੂਰੀ ਤਰ੍ਹਾਂ ਤਿਆਰ ਕਰ ਲਿਆ, ਪਰ ਬਾਪੂ ਆਪਣੀ ਜ਼ਮੀਨ ਵੇਚਣ ਲਈ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਮੀਤ ਨੇ ਜੱਸੇ ਦੀ ਪਤਨੀ ਨੂੰ ਘਿਓ ਸਿੱਧੀ ਉਂਗਲ ਨਾਲ ਨਾ ਨਿਕਲਦਾ ਵੇਖ ਉਂਗਲ ਟੇਢੀ ਕਰਨ ਦੀ ਵੀ ਔਂਤ ਦੱਸੀ। ਜੱਸੇ ਦੀ ਪਤਨੀ ਅੱਜ ਤੜਕਸਾਰ ਬਾਪੂ ਨੂੰ ਬਿਨਾਂ ਪੁੱਛੇ ਦੱਸੇ ਬੱਚਿਆਂ ਸਮੇਤ ਆਪਣੀ ਸ਼ਹਿਰ ਰਹਿੰਦੀ ਭੈਣ ਕੋਲ ਚਲੀ ਗਈ। ਦੁਪਹਿਰ ਬਾਅਦ ਦੋ ਸਿਪਾਹੀ ਧੌਲ ਧੱਕਾ ਕਰ ਬਾਪੂ ਨੂੰ ਜੀਪ 'ਚ ਸੁੱਟ ਥਾਣੇ ਲਿਆਏ। ਥਾਣੇ ਪਹੁੰਚ ਜਦ ਬਾਪੂ ਨੂੰ ਪਤਾ ਲੱਗਾ ਤਾਂ ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਕੰਨ ਸੁਣਨ ਤੋਂ ਅਸਮਰਥ ਹੋ ਗਏ, ਕਿਉਂਕਿ ਜੱਸੇ ਦੀ ਪਤਨੀ ਨੇ ਬਾਪੂ ਖਿਲਾਫ ਜਬਰ ਜਨਾਹ ਦਾ ਪਰਚਾ ਦਰਜ ਕਰਵਾਤਾ ਸੀ। ਨਾਰੀ ਸੁਰੱਖਿਆ ਕਾਨੂੰਨ ਦੇ ਘਾੜੇ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਗੂੰਗਾ ਕਾਨੂੰਨ ਕਦੇ ਕਿਸੇ ਬੁੱਢੀਆਂ ਅੱਖਾਂ ਵਾਲੀ ਕਮਜ਼ੋਰ, ਬੇਵਸ ਤੇ ਬੇਗੁਨਾਹ ਨੂੰ ਹਵਾਲਾਤ ਦਾ ਤਸੀਹਾ ਦੇ ਸਕਦਾ ਹੈ। ਹਵਾਲਾਤ ਦੀ ਕੋਠੜੀ 'ਚ ਬੈਠੇ ਸ਼ੀਤਲ ਨੇ ਜੱਸੇ ਦੀ ਬੇਬੇ ਨੂੰ ਯਾਦ ਕਰਦਿਆਂ ਇੱਕ ਠੰਡਾ ਹੌਕਾ ਭਰਿਆ ਤੇ ਬੁੜਬੁੜਾਇਆ, ਬਸ ਆਹੀ ਕਸਰ ਬਾਕੀ ਸੀ, ਏਦੋਂ ਤਾਂ ਮੈਂ ਤੇਰੇ ਨਾਲ ਹੀ ਮਰ ਜਾਂਦਾ। ਧੰਨਵਾਦ। ਅਗਲੀ ਕਹਾਣੀ ਹੈ ਦੋ ਪਾਸੀ ਮਾਰ। ਬਨਾਰਸੀ ਰਾਮ ਨੇ ਧੀ ਨੂੰ ਅੰਦਰ ਵਾੜ ਕੇ ਬਥੇਰਾ ਸਮਝਾਇਆ, ਆਪਣੀ ਇੱਜ਼ਤ ਦੇ ਵਾਸਤੇ ਪਾਏ, ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਖੂਹ ਟੋਭੇ ਆਪ ਡੁੱਬ ਜਾਣ ਦਾ ਡਰਾਵਾ ਵੀ ਦਿੱਤਾ, ਪਰ ਸੁਨੀਤਾ ਮਾਂ ਦੀ ਧੀ ਟਸ ਤੋਂ ਮਸ ਨਾ ਹੋਈ। ਚੱਟਾਨ ਵਾਂਗ ਆਪਣੀ ਇੱਕੋ ਹਿੰਡ ਤੇ ਅੜੀ ਖੜੀ ਸੀ। ਜਲਦੀ ਵਿਆਹ, ਉਹ ਵੀ ਗੁਰਜੀਤ ਨਾਲ, ਜਿਵੇਂ ਉਹਦੇ ਪ੍ਰਾਣ ਹੁਣ ਗੁਰਜੀਤ ਵਿੱਚ ਹੀ ਹੋਣ। ਉਹਨੂੰ ਮਿਲੇ ਬਿਨਾਂ ਉਹਦਾ ਜਿਉਂਦੇ ਰਹਿਣਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੋ ਗਿਆ ਹੋਵੇ। ਭਾਵੇਂ ਗੁਰਜੀਤ ਨੇ ਸਰਦੇ ਪੁੱਜਦੇ ਘਰ ਦਾ ਹੋਣ ਕਰਕੇ ਆਪਣੇ ਆਪ ਨੂੰ ਮਹਿੰਗੇ ਨਸ਼ੇ ਦੀ ਚੇਟਕ ਲਾ ਰੱਖੀ ਸੀ, ਜਿਸ ਤੋਂ ਸੁਨੀਤਾ ਵੀ ਪੂਰੀ ਤਰ੍ਹਾਂ ਜਾਣੂ ਸੀ, ਪਰ ਉਹ ਤਾਂ ਜਿਵੇਂ ਹੁਣ ਉਹਦੇ ਪਿਆਰ 'ਚ ਅੰਨ੍ਹੀ ਹੋ ਉਹਦਾ ਚੰਗਾ ਮਾੜਾ ਸਭ ਕਬੂਲ ਕਰ ਜ਼ਿੰਦਗੀ ਉਹਦੇ ਨਾਂ ਲਗਵਾ ਚੁੱਕੀ ਹੋਵੇ।
ਆਖਰ ਕੁੜੀ ਦੀ ਜ਼ਿੱਦ ਤੇ ਦਲੇਰੀ ਨੂੰ ਵੇਖ ਹਾਰ ਕਬੂਲ ਕਰ ਡਰਦਿਆਂ ਧੀ ਦੀਆਂ ਖੁਸ਼ੀਆਂ ਲਈ ਸਭ ਭੈਣ ਭਰਾ ਦੋਸਤਾਂ ਮਿੱਤਰਾਂ ਨਾਲੋਂ ਨਾਤਾ ਤੋੜ ਮਜਬੂਰ ਤੇ ਬੇਵਸ ਪਿਓ ਨੇ ਧੀ ਦਾ ਹੱਥ ਦੂਸਰੀ ਬਰਾਦਰੀ ਦੇ ਮੁੰਡੇ ਦੇ ਹੱਥ 'ਚ ਦੇ ਦਿੱਤਾ। ਅਜੇ ਜ਼ਿਆਦਾ ਦਿਨ ਨਹੀਂ ਸੀ ਲੰਘੇ ਜਦੋਂ ਗੁਰਜੀਤ ਦੇ ਪਿਓ ਨੇ ਉਹਨੂੰ ਆਪਣੀ ਨਿੱਜੀ ਜਾਇਦਾਦ ਤੇ ਘਰ ਤੋਂ ਬੇਦਖਲ ਕਰ ਦਿੱਤਾ। ਸੁਨੀਤਾ ਨੇ ਫਿਰ ਮੁੜ ਆਪਣੇ ਪੇਕੇ ਘਰ ਰਹਿਣ ਬਸੇਰਾ ਬਣਾ ਲਿਆ। ਬਨਾਰਸੀ ਰਾਮ ਜੋ ਸਾਰੀ ਦਿਹਾੜੀ ਮਿਹਨਤ ਕਰਕੇ ਕਮਾ ਕੇ ਲਿਆਉਂਦਾ, ਗੁਰਜੀਤ ਉਡਾ ਛੱਡਦਾ। ਸੁਨੀਤਾ ਦੀ ਹਾਲਤ ਦਿਨੋਂ ਦਿਨ ਪਤਲੀ ਪੈ ਰਹੀ ਸੀ। ਤੂੰ ਮੈਂ ਸ਼ੁਰੂ ਹੋ ਗਈ। ਪਾਸਾ ਪੁੱਠਾ ਪੈਣ ਨੂੰ ਦੇਰ ਨਹੀਂ ਲੱਗਦੀ। ਸੁਨੀਤਾ ਹਸਪਤਾਲ ਦੇ ਵਰਾਂਡੇ 'ਚ ਬਣੇ ਬੈਂਚ ਤੇ ਬੈਠੀ ਸਿਸਕੀਆਂ ਭਰ ਰਹੀ ਸੀ। ਕਦੇ ਭੋਲੇ ਸ਼ੰਕਰ ਅੱਗੇ ਦੁਆਵਾਂ ਕਰਨ ਲੱਗ ਜਾਂਦੀ। ਡਾਕਟਰ ਗੁਰਜੀਤ ਨੂੰ ਬਚਾਉਣ ਦੀ ਜੱਦੋ-ਜਹਿਦ 'ਚ ਲੱਗੇ ਹੋਏ ਸੀ। ਜੋ ਵੀ ਅੰਦਰੋਂ ਆਉਂਦਾ ਸੁਨੀਤਾ ਭੱਜ ਕੇ ਉਸ ਕੋਲੋਂ ਕੁਝ ਪੁੱਛਣ ਦੀ ਕੋਸ਼ਿਸ਼ ਕਰਦੀ, ਪਰ ਗੁਰਜੀਤ ਦੀ ਸਲਾਮਤੀ ਬਾਰੇ ਉਹਨੂੰ ਕੋਈ ਕੁਝ ਨਾ ਦੱਸਦਾ। ਸੋਚਾਂ 'ਚ ਡੁੱਬੀ ਸੁਨੀਤਾ ਦੀ ਉਦੋਂ ਲੜੀ ਟੁੱਟੀ ਜਦੋਂ ਕਮਰੇ ਦੇ ਜਾਲੀ ਵਾਲੇ ਦੋਵੇਂ ਦਰਵਾਜ਼ੇ ਖੁੱਲ੍ਹੇ, ਜਿਵੇਂ ਕੋਈ ਵੱਡੀ ਚੀਜ਼ ਲਿਆ ਰਿਹਾ ਹੋਵੇ। ਸੁਨੀਤਾ ਉੱਠ ਕੇ ਵੇਖਣ ਲੱਗੀ ਤਾਂ ਲੇਰ ਮਾਰ ਕੇ ਪਿੱਛੇ ਵੱਲ ਫਰਸ਼ ਤੇ ਡਿੱਗ ਪਈ। 2 ਨਰਸਾਂ ਤੇ ਕੰਪਾਊਂਡਰ ਟਰਾਲੀ ਵਿੱਚੇ ਛੱਡ ਸੁਨੀਤਾ ਨੂੰ ਸਾਂਭਣ ਲੱਗੇ। ਉਹਨੂੰ ਦੋਵੇਂ ਬਾਹਾਂ ਤੋਂ ਫੜ ਕੇ ਬਾਹਰ ਲਿਜਾ ਰਹੇ ਸਨ, ਪਰ ਉਹ ਉਹਨਾਂ ਤੋਂ ਬੇਕਾਬੂ ਹੋ ਟਰਾਲੀ ਵੱਲ ਨੂੰ ਦੌੜ ਰਹੀ ਸੀ। ਛੱਡ ਦਿਓ ਮੈਨੂੰ, ਕਿੱਥੇ ਆ ਮੇਰਾ ਗੁਰਜੀਤ? ਮੈਂ ਉਸ ਬਿਨਾਂ ਨਹੀਂ ਰਹਿ ਸਕਦੀ। ਸੁਨੀਤਾ ਦੀਆਂ ਕੂਕਾਂ ਅਸਮਾਨ ਪਾੜ ਰਹੀਆਂ ਸੀ। ਉਹ ਸਿਰ ਦੇ ਵਾਲ ਪੁੱਟ ਰਹੀ ਸੀ, ਕੱਪੜੇ ਪਾੜਨ ਤੱਕ ਜਾਂਦੀ। ਮੇਰਾ ਗੁਰਜੀਤ ਮੈਨੂੰ ਇਕੱਲਿਆਂ ਛੱਡ ਕੇ ਨਹੀਂ ਜਾ ਸਕਦਾ। ਪਰ ਉਹਦੇ ਸਿਰ ਦਾ ਸਾਈਂ, ਸਿਰ ਦੀਆਂ ਕਸਮਾਂ ਖਾਣ ਵਾਲਾ, ਉਹਦੇ ਪਿੱਛੇ ਮਰ ਮਿਟਣ ਵਾਲਾ, ਉਮਰਾਂ ਤੱਕ ਵਾਅਦੇ ਨਿਭਾਉਣ ਦੀਆਂ ਗੱਲਾਂ ਕਰਨ ਵਾਲਾ ਗੁਰਜੀਤ ਉਹਦੇ ਪਿਆਰ ਨੂੰ ਆਪਣੇ ਨਸ਼ੇ ਦੀ ਭੇਟ ਚਾੜ ਸਲਫਾਸ ਦੀਆਂ ਗੋਲੀਆਂ ਦਾ ਫੱਕਾ ਮਾਰ ਸਦਾ ਲਈ ਉਹ ਤੋਂ ਕਿਨਾਰਾ ਕਰ ਗਿਆ ਸੀ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਸੁਨੀਤਾ ਨੂੰ ਧੂ ਕੇ ਪਰੇ ਵਿਹੜੇ 'ਚ ਬਿਠਾ ਦਿੱਤਾ ਗਿਆ। ਉਹਦਾ ਲਹੂਰ ਦੇਖਿਆ ਨਹੀਂ ਸੀ ਜਾ ਰਿਹਾ। ਉਹਦੇ ਕੋਲ ਮਸਾਂ 1.25 ਸਾਲ ਦੀ ਗੁਰਜੀਤ ਦੀ ਬਾਲੜੀ ਵਿਲਕ ਰਹੀ ਸੀ। ਸਾਹਮਣੇ ਥੜੇ ਕੋਲ ਬੈਠਾ ਪਿਓ ਭੁੱਬਾ ਮਾਰਦਾ ਅਸਮਾਨ ਵੱਲ ਬਾਹਾਂ ਉਲਾਰ ਕੇ ਕਹਿ ਰਿਹਾ ਸੀ, ਕਿਹੜੇ ਜਨਮ ਦੇ ਬਦਲੇ ਲੈ ਰਿਹਾ? ਇੰਨੇ ਨੂੰ ਕੋਲ ਆ ਕੇ ਰੁਕੀ ਜੀਪ 'ਚੋਂ ਉਤਰੇ ਵਰਦੀਧਾਰੀ ਕਰਮਚਾਰੀ ਉਹਨੂੰ ਥਾਣੇ ਜਾਣ ਲਈ ਕਹਿਣ ਲੱਗੇ, ਕਿਉਂਕਿ ਗੁਰਜੀਤ ਦੇ ਲਏ ਬਿਆਨਾਂ ਮੁਤਾਬਕ ਉਹਦੇ ਖਿਲਾਫ ਪਰਚਾ ਦਰਜ ਹੋ ਚੁੱਕਾ ਸੀ। ਹੰਝੂ ਕੇਰਦੇ ਬਨਾਰਸੀ ਨੂੰ ਪਿਛਲੀ ਸੀਟ ਤੇ ਬਿਠਾ ਜੀਪ ਹਸਪਤਾਲ 'ਚੋਂ ਨਿਕਲ ਹਵਾ ਨਾਲ ਗੱਲਾਂ ਕਰਦੀ ਥਾਣੇ ਵੱਲ ਜਾ ਰਹੀ ਸੀ। ਧੰਨਵਾਦ।